ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਡਰ, ਸਹਿਮ, ਭਿਆਨਕ ਬਿਮਾਰੀ, ਕਰੋਨਾ ਵਾਇਰਸ ਦਾ 1 ਸਾਲ ਪੂਰਾ ਹੋਇਆ। ਪੈਂਡੈਮਿਕ ਦੀ ਦੁਨੀਆ ਵਿੱਚ 1 ਸਾਲ ਬਹੁਤ ਲੰਬਾ ਅਰਸਾ ਹੁੰਦਾ। ਵਿਸ਼ਵ ਭਰ ਵਿੱਚ ਕੋਈ 27 ਲੱਖ ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਨੇ। ਪੌਣੇ 2 ਲੱਖ ਭਾਰਤੀ ਨਾਗਰਿਕ ਇਸ ਨਾਮੁਰਾਦ ਵਾਇਰਸ ਦੀ ਬਲੀ ਚੜ੍ਹ ਗਏ ਨੇ। ਅਸੀਂ ਸਾਰਿਆਂ ਨੇ ਇਕਲਾਪੇ ਦਾ 1 ਸਾਲ ਹੰਢਾਇਆ, ਜਾਂ ਆਪ ਦੁੱਖ ਭੋਗਿਆ ਜਾਂ ਦੂਸਰਿਆਂ ਦੇ ਦੁੱਖ ਵਿੱਚ ਸ਼ਰੀਕ ਹੋਇਆ। ਵਾਇਰਸ ਸਾਡੀ ਰਾਜਨੀਤੀ, ਸਾਡੇ ਖਬਰ ਸੰਸਾਰ, ਸਾਡੀ ਆਰਥਿਕਤਾ, ਸਾਡੇ ਜੀਵਨ ਤੇ ਛਾਇਆ ਰਿਹਾ। ਜੇ ਇਸ ਖਿੱਤੇ ਵਿੱਚ ਵਿੜਵੇਂ ਕਿਸਾਨ ਮਜ਼ਦੂਰ ਅੰਦੋਲਨ ਨੇ ਭੀੜਾਂ ਨੂੰ ਵਾਇਰਸ ਦੀ ਪਰਵਾਹ ਨਾ ਕਰਦਿਆਂ ਬਾਹਰ ਨਿਕਲਦੇ ਘੋਲ ਵਿੱਚ ਹਿੱਸਾ ਲੈਂਦੇ ਵੇਖਿਆ, ਤਾਂ ਵੀ ਇਸ ਵਰਤਾਰੇ ਉੱਤੇ ਵਾਇਰਸ ਦਾ ਪਰਛਾਵਾਂ ਰਿਹਾ। ਆਖਿਰ ਅਸੀਂ ਇਹ ਗੱਲ ਤਾਂ ਕਰ ਹੀ ਰਹੇ ਸੀ ਕਿ ਵਾਇਰਸ ਦੀ ਪਰਵਾਹ ਕੀਤੇ ਬਿਨਾਂ ਅੰਦੋਲਨ ਭਖਿਆ ਹੋਇਆ ਹੈ। ਸੋ ਵਾਇਰਸ ਵਾਸ ਦੇਅਰ even in its absence। ਵਾਇਰਸ ਤੋਂ ਬਾਅਦ ਦੁਨੀਆ ਕਿਹੋ ਜਿਹੀ ਹੋਵੇਗੀ, ਪਹਿਲੇ ਕੋਈ ਆਸ ਸੀ? ਆਖਿਰ ਆਪਣੀ ਇਹ ਹਾਲਤ, ਇਹ ਬੇਬਸੀ ਵੇਖ ਕੇ ਪਹਿਲੇ ਵਰਗੇ ਥੋੜਾ ਹੀ ਹੋ ਜਾਵਾਂਗੇ। ਪਰ ਵੇਖ ਲਵੋ, ਸਾਲ ਬੀਤ ਗਿਆ, ਹਾਲੇ ਵਾਇਰਸ ਹੋਰ ਫੈਲ ਰਿਹਾ। ਸਗੋਂ ਵਾਇਰਸ ਕੰਬਖਤ ਪਹਿਲੇ ਵਰਗਾ ਨਹੀਂ ਰਿਹਾ, ਹੋਰ ਸਿਆਣਾ ਹੋ ਗਿਆ। ਤੇ ਅਸੀਂ ਵੇਖ ਲਵੋ, ਪਹਿਲੇ ਵਰਗੇ ਹੋ ਗਏ ਹਾਂ। ਸਾਡੀ ਰਾਜਨੀਤੀ, ਸਾਡੀ ਸਾਥੀ ਮਨੁੱਖਾਂ ਪ੍ਰਤੀ ਪਹੁੰਚ, ਸਾਡੇ ਕਾਨੂੰਨ ਅਤੇ ਅਸੀਂ ਇਸ 1 ਸਾਲ ਵਿੱਚ ਕਿਹੜਾ ਪੈਂਡਾ ਤੈਅ ਕੀਤਾ ਹੈ, ਕਿਵੇਂ ਤੈਅ ਕੀਤਾ ਹੈ, ਕੀ ਆਸ ਬਚੀ ਹੈ? ਕੋਈ ਅਕਲ ਦਾ ਟੀਕਾ ਸਾਡੇ ਲੱਗਣ ਵਾਲਾ ਹੈ ਕਿ ਨਹੀਂ? ਇਸ ਸਭ 'ਤੇ ਚਰਚਾ ਕਰਨ ਲਈ ਅੱਜ ਮੇਰੇ ਨਾਲ ਨੇ ਪ੍ਰੋਫੈਸਰ ਡਾਕਟਰ ਲਲਨ ਬਘੇਲ, ਪੰਜਾਬ ਯੂਨੀਵਰਸਿਟੀ ਦੇ ਫਿਲਾਸਫੀ ਡਿਪਾਰਟਮੈਂਟ ਦੇ ਨਾਲ ਵਾਬਸਤਾ, ਸਾਡੇ ਖਬਰੀ ਸੰਸਾਰ ਦੇ ਉੱਤੇ ਅੱਖ ਰੱਖਦੇ ਨੇ, ਤੇ ਕੌਣ ਫਿਲਾਸਫੀ ਤੇ ਪੋਲੀਟੀਕਲ ਸਾਇੰਸ ਤੇ ਯੂਨੀਵਰਸਿਟੀਆਂ ਦੇ ਐਕੈਡੈਮਿਕ ਮਾਹੌਲ ਨਾਲ ਸੰਬੰਧ ਰੱਖਣ ਵਾਲਾ ਐਕਟਿਵਿਸਟ, ਵਿਚਾਰਵਾਨ ਮਨੁੱਖ ਅਜਿਹਾ ਹੋਵੇਗਾ ਜਿਹੜਾ ਸਾਡੇ ਆਲੇ ਦੁਆਲੇ ਦੇ ਜੀਵਨ ਦੀਆਂ ਪਰਤਾਂ ਨੂੰ ਨਹੀਂ ਪੜ੍ਹਦਾ। ਸਾਡੇ ਨਾਲ ਜੁੜ ਰਹੇ ਨੇ ਅਰਜੁਨ ਸ਼ੌਰਾਨ ਜੀ, ਪੇਸ਼ੇ ਤੋਂ ਵਕੀਲ। ਅਰਜੁਨ ਸ਼ੌਰਾਨ ਜੀ ਮਨੁੱਖੀ ਅਧਿਕਾਰਾਂ ਦੇ, ਨਾਗਰਿਕ ਆਜ਼ਾਦੀਆਂ ਦੇ ਘੋਲ ਦੇ ਵਿੱਚ ਸਫਾਂ ਵਿੱਚ ਮੋਹਰੀ ਹੋ ਕੇ ਲੜਦੇ ਨੇ। ਪੀਪਲਜ਼ ਯੂਨੀਅਨ ਆਫ ਸਿਵਲ ਲਿਬਰਟੀਜ਼ PUCL ਦੇ ਨੈਸ਼ਨਲ ਆਰਗੇਨਾਈਜ਼ਿੰਗ ਸੈਕਟਰੀ ਨੇ। ਇਹਨਾਂ ਨੇ ਵਾਇਰਸ ਤੋਂ ਡਰ ਕੇ ਕਮਰੇ ਅੰਦਰ ਬੰਦ ਵੀ ਕਈ ਦਿਨ ਗੁਜ਼ਾਰੇ ਨੇ, ਤੇ ਵਾਇਰਸ ਤੋਂ ਡਰੇ ਹੋਏ ਮਨੁੱਖ, ਚਾਹੇ ਉਹ ਹਜ਼ਾਰਾਂ ਮੀਲਾਂ ਦੇ ਲੰਬੇ ਪੈਂਡੇ ਪੈਦਲ ਤੈਅ ਕਰ ਰਹੇ ਹੋਣ ਜਾਂ ਆਪਣੀਆਂ ਗੁਰਬਤਾਂ ਨੂੰ ਤੇ ਸਰਕਾਰਾਂ ਦੀ ਬੇਪਰਵਾਹੀ ਨੂੰ ਵੇਖ ਆਪਣੀ ਕਿਸਮਤ ਤੇ ਆਪਣੇ ਹਾਲ ਤੇ ਰੋ ਰਹੇ ਹੋਣ, ਉਹਨਾਂ ਨੂੰ ਬੜੀ ਨੇੜਿਓਂ ਦੇਖਿਆ। ਪ੍ਰੋਫੈਸਰ ਲਲਨ ਬਘੇਲ ਜੀ, 1 year ਆਫਟਰ ਦਾ ਵਾਇਰਸ, ਇੰਜ ਲੱਗਦਾ ਸੀ, ਇਹ ਜਿਹੜਾ ਟ੍ਰੈਜਿਕ ਚੀਜ਼ ਤਾਂ ਹੈ ਹੀ ਹੈ, ਇਸ ਤਰ੍ਹਾਂ ਲੱਗਦਾ ਸੀ ਕਿ ਇੱਕ ਹੋਪ ਵੀ ਹੋਏਗੀ। ਹੁਣ ਸਾਨੂੰ ਪੂਰੀ ਦੁਨੀਆ ਨੂੰ ਇੱਕ ਨਵੇਂ ਤਰੀਕੇ ਨਾਲ ਰਹਿਣਾ, ਜੀਵਨ ਸ਼ੈਲੀ ਨੂੰ ਬਦਲਣਾ, ਕੁਦਰਤ ਦੇ ਨਾਲ ਮਿਲ ਕੇ ਰਹਿਣਾ, ਇੱਕ ਦੂਜੇ ਦੇ ਨਾਲ ਤਵਾਜ਼ੁਨ ਰੱਖ ਕੇ, ਇੱਕ ਦੂਜੇ ਦੇ ਨਾਲ ਕੋਆਪਰੇਸ਼ਨ ਰੱਖ ਕੇ, ਸਾਰਾ ਮਨੁੱਖਾਂ ਦਾ ਰਹਿਣ ਸਹਿਣ ਦਾ ਸੱਭਿਆਚਾਰ ਹੀ ਬਦਲ ਜਾਵੇਗਾ। ਵੀ ਵਿਲ ਬੀ ਡਿਫਰੈਂਟ ਪੀਪਲ। ਜੋ ਅਸੀਂ ਪਹਿਲੇ ਸਾਂ ਉਹ ਨਹੀਂ ਹੋਵਾਂਗੇ। ਤੇ ਜਦੋਂ ਆਪਾਂ ਡਿਊਰਿੰਗ ਦਾ ਵਾਇਰਸ ਵੀ ਗੱਲਾਂ ਕਰਦੇ ਸੀ, ਇੱਕ ਦੂਜੇ ਨੂੰ ਦੇਖਣ ਤੋਂ ਆਤੁਰ ਸੀ, ਤੇ ਫੋਨ ਤੇ ਕਦੀ ਕਦੀ ਗੁਫ਼ਤਗੂ ਹੁੰਦੀ ਸੀ, ਤਾਂ ਅਸੀਂ ਇਹ ਗੱਲਾਂ ਕਰਦੇ ਸੀ ਵੀ ਵਿਲ ਬੀ ਸੋ ਡਿਫਰੈਂਟ। ਤੇ ਹੇਅਰ ਆਈ ਐਮ, ਇਹੀ ਮੈਂ, ਉਹੋ ਜਿਹੇ ਅਸੀਂ ਆ, ਉਹੋ ਜਿਹੀ ਦੁਨੀਆ, ਉਹੋ ਜਿਹਾ ਸਟੇਟਸ ਕੋ ਹੈ। इज इट इवन बैक टू नॉर्मल कि वी आर इन अ वर्स पोजीशन? सर्टेनली एसपी सिंह जी, हम लोग वर्स पोजीशन की तरफ और जा रहे हैं एक सेंस में, क्योंकि वायरस तो है, वायरस तो परजीवी है, इसका कोई अपना जीवन नहीं है, ये तो फैल रहा है। लेकिन जो दुनिया है, वायरस ने एक मौका दिया था पूरी दुनिया को एक पॉज करने का, विकास की जो पूरी अवधारणाएं हैं उसको नए तरीके से सोचने का, कि हमारी तैयारी क्या है। एक तरह का दुनिया में जब भी पैंडेमिक आए हैं, अगर पैंडेमिक के इतिहासों में जाएं, हम हिस्ट्रीज में जाएं, तो हमेशा एक मौका मिला है कि किस तरीके से हम अब दुनिया को बनाएं। लेकिन अनफॉर्चुनेटली 1 साल जो हमारा पैंडेमिक का बीता, मैं हमारा कह रहा हूँ तो मतलब पूरे ब्रह्मांड की बात, पूरी दुनिया की बात कर रहा हूँ, विशेष रूप से हिंदुस्तान की बात कर रहा हूँ। इसने जो भी विकास के पैराडाइम हैं उनको एक अलग तरीके से गढ़ा है। अलग तरीके से गढ़ने का मतलब एक मौका मिला हुक्मरानों को, जो भी एस्टैब्लिशमेंट में हैं, यहाँ वहाँ दुनिया में कहीं, उनको एक गोल्ड माइन की तरह मिला है कि कैसे और निरंकुश हो जाएं, कैसे अच्छा और शासन को सब कंट्रोल खत्म हो जान, होर लोकां दा लहू निचोड़िया जा सके। एग्जैक्टली
और वही हुआ है। अब हिंदुस्तान के बहुत से हालात को आप अभी अपने इंट्रोडक्शन में बताया ही कि कैसे कैसे हालात हुए हैं, सबने देखा और अपने आप में एक त्रासदी का माहौल बन गया। तो वायरस अपने आप में जो है सो है, आपने कहा सयाना हो गया है ये, और अलग अलग रूपा जा रहे हैं। तो हमारे गवर्नेंस के जो हुक्मरान हैं वो भी सयाने हो गए हैं। तो जो सिटीजन्स के राइट्स होते थे, जो किसान बैठे हुए हैं। वन थिंग आई वाज थिंकिंग प्रोफेसर ਸਾਹਿਬ ਕਿ ਜਦੋਂ ਵਾਇਰਸ ਆ ਜਾਂਦਾ ਹੈ ਤੇ ਅਸੀਂ ਸਾਰਿਆਂ ਨੇ ਹਸਪਤਾਲਾਂ ਵੱਲ ਦੇਖਣਾ, ਡਾਕਟਰਾਂ ਵੱਲ ਦੇਖਣਾ, ਆਪਣੇ ਹੈਲਥ ਇਨਫਰਾਸਟ੍ਰਕਚਰ ਵੱਲ ਦੇਖਣਾ, ਤੇ ਇਹ ਬਹੁਤ ਪਹਿਲਾਂ ਹੀ ਸਾਫ਼ ਹੋ ਗਿਆ ਸੀ, ਸਪਸ਼ਟ ਹੋ ਗਿਆ ਸੀ ਕਿ ਸਭ ਤਹਿਸ ਨਹਿਸ ਹੋਇਆ। ਉੱਥੇ ਤਾਂ ਟੈਟੇਰੀ ਹੈ, ਸਾਡਾ ਡਾਕਟਰੀ ਢਾਂਚਾ ਕੁਝ ਨਹੀਂ ਹੈ, ਹੈਲਥ ਕੇਅਰ ਦਾ ਢਾਂਚਾ ਨਹੀਂ ਹੈ। ਇੰਜ ਜਾਪਦਾ ਸੀ ਕਿ ਵਾਇਰਸ ਤੋਂ ਬਾਅਦ ਤਾਂ ਸਰਕਾਰਾਂ ਮਜਬੂਰ ਹੋ ਜਾਣਗੀਆਂ, ਜੇ ਨਾ ਵੀ ਚਾਹੁੰਦਾ ਹੋਏ ਸ਼ਾਸਕ ਤਾਂ ਵੀ ਉਹਨੂੰ ਕਰਨਾ ਪਏਗਾ। ਸਾਡਾ ਪ੍ਰਾਇਮਰੀ ਹੈਲਥ ਸਿਸਟਮ ਸਾਰਾ ਦੁਬਾਰਾ ਤੋਂ ਖੜਾ ਹੋਏਗਾ। ਹੁਣ ਤੱਕ ਕਿਤੇ ਵੀ ਕੋਈ ਇਲੈਕਸ਼ਨ ਹੋਏਗੀ ਤਾਂ ਇਹ ਤਾਂ ਮੇਜਰ ਇਸ਼ੂ ਬਣ ਜਾਏਗਾ ਕਿ ਤੁਹਾਡੀ ਹੈਲਥ ਕੇਅਰ ਸਿਸਟਮਸ ਕਿਸ ਤਰ੍ਹਾਂ ਦੇ ਆ। ਹਾਊ ਕਮ ਕਿ ਹੁਣ ਇਲੈਕਸ਼ਨਾਂ ਹੋ ਰਹੀਆਂ ਨੇ, ਕੋਵਿਡ ਇਜ਼ ਨਾਟ ਐਨ ਇਸ਼ੂ, ਹੈਲਥ ਕੇਅਰ ਇਸ਼ੂ ਨਹੀਂ ਹੈ, ਸਾਡਾ ਸਾਰਾ ਨਿੱਜੀਕਰਨ ਜਿਹੜਾ ਵੱਡੇ ਹਸਪਤਾਲਾਂ ਦਾ ਹੋ ਚੁੱਕਾ ਉਹ ਵੀ ਇਸ਼ੂ ਨਹੀਂ ਹੈ, ਉਹਨਾਂ ਸਟੇਟਾਂ 'ਚ ਵੀ ਨਹੀਂ ਹੈ ਜਿੱਥੇ ਇਲੈਕਸ਼ਨ ਹੋ ਰਹੀ ਹੈ। ਐਡੀ ਕਿਵੇਂ ਨਾਰਮਲਸੀ ਕਰਤੀ? ਇਹ ਨਾਰਮਲਸੀ ਹੀ ਹੈ। ਮੈਂ ਕਾਰਨ ਦੱਸਦਾ ਤੁਹਾਨੂੰ। ਬਿਹਾਰ ਦਾ ਇਲੈਕਸ਼ਨ ਹੋਇਆ, ਸਭ ਨੂੰ ਲੱਗਿਆ ਕਿ ਮਾਈਗ੍ਰੈਂਟ ਕ੍ਰਾਈਸਿਸ ਦਾ ਪੂਰਾ ਜਿਹੜਾ ਇੰਪੈਕਟ ਹੈ ਉੱਥੇ ਸ਼ੋ ਕਰੇਗਾ, ਇਲੈਕਸ਼ਨ 'ਚ ਸ਼ੋ ਕਰੇਗਾ। ਜਿਹੜੀ ਸਰਕਾਰ ਹੈ ਉੱਥੇ JDU ਭਾਜਪਾ ਦੀ, ਉਸ 'ਚ ਥੋੜਾ ਇੰਪੈਕਟ ਹੋਏਗਾ। ਕੋਈ ਇੰਪੈਕਟ ਨਹੀਂ ਹੋਇਆ, ਪ੍ਰੀਟੀ ਮੱਚ ਕੋਈ ਇੰਪੈਕਟ ਨਹੀਂ ਹੋਇਆ। ਆਉਣ ਵਾਲਾ ਜਿਹੜਾ ਬੰਗਾਲ ਦਾ ਇਲੈਕਸ਼ਨ ਹੈ, ਬਾਕੀ ਜਗ੍ਹਾ ਅਸਾਮ ਦਾ ਇਲੈਕਸ਼ਨ ਵੋਟਾਂ ਪੈ ਰਹੀਆਂ ਨੇ, ਉਹਨੂੰ ਪੈ ਗਈਆਂ, ਪਹਿਲੇ ਵੋਟਸ ਪੈ ਚੁੱਕੀਆਂ ਨੇ। ਤੁਸੀਂ ਮੈਨੂੰ ਦੱਸੋ, ਪੂਰਾ ਮੀਡੀਆ ਜਿਹੜਾ ਹੈ ਉਹ ਅਲੱਗ-ਅਲੱਗ ਮੁੱਦਿਆਂ ਦੀ ਗੱਲ ਕਰ ਰਿਹਾ, ਅੰਦਰੂਨੀ, ਬਾਹਰ ਦੇ, ਇੱਥੇ ਦੇ, ਉੱਥੇ ਦੇ, ਹੰਡਰਡਸ ਆਫ ਇਸ਼ੂਜ਼, ਪਰ ਕੋਈ ਕੋਵਿਡ ਦੇ ਰਿਲੇਟਡ, ਹੈਲਥ ਇਨਫਰਾਸਟ੍ਰਕਚਰ ਦੇ ਰਿਲੇਟਡ ਕੋਈ ਇਸ਼ੂ ਦੀ ਗੱਲ ਹੋਈ ਹੈ? ਨਹੀਂ। ਆਈ ਥਿੰਕ ਜਿਸ ਤਰ੍ਹਾਂ ਪਹਿਲਾਂ ਦੇ ਇਲੈਕਸ਼ਨ 'ਚ ਗਰੀਬੀ, ਮੈਲ ਨਿਊਟ੍ਰੀਸ਼ਨ, ਹੈਲਥ ਸਟੇਟਸ ਦੀ ਗੱਲ ਨਹੀਂ ਹੁੰਦੀ ਸੀ, ਸਿਮਿਲਰਲੀ ਉਹੀ ਸਟੇਟਸ ਕੋ ਆ ਜਾਂਦਾ। ਉਹਦਾ ਕਾਰਨ ਹੈ ਕਿ ਕੋਈ ਵੀ ਹੁਕਮਰਾਨ ਨਹੀਂ ਚਾਹੁੰਦਾ ਕਿ ਜੋ ਉਹਦੇ ਕ੍ਰਿਟੀਕਲ ਇਸ਼ੂਜ਼ ਨੇ, ਅਸਲੀ ਜਿਹੜੇ ਇਸ਼ੂਜ਼ ਨੇ, ਉਹਦੀ ਗੱਲ ਹੋ। ਆਪਾਂ ਕਰੋੜਾਂ ਲੋਕਾਂ ਨੇ ਲੱਖਾਂ ਨੂੰ ਪੈਦਲ ਜਾਂਦਿਆਂ, ਛਾਲੇ ਵਾਲੇ ਪੈਰਾਂ ਨਾਲ ਸੈਂਕੜੇ ਮੀਲਾਂ ਦਾ ਪੈਂਡਾ ਗਾਂਦਿਆਂ, ਸਾਈਕਲਾਂ ਨੂੰ ਤੱਕਦਿਆਂ, ਮਾਵਾਂ ਨੂੰ ਚੁੱਕ ਕੇ ਸਫ਼ਰ ਕਰਦਿਆਂ, ਕੋਈ ਅੱਖ ਹੋਏਗੀ ਜਿਹੜੀ ਆਪਣੇ ਘਰ 'ਚ ਨਮ ਨਹੀਂ ਹੋਈ ਹੋਏਗੀ, ਕੋਈ ਵਿਅਕਤੀ ਹੋਏਗਾ ਜਿਹੜਾ ਰੋਇਆ ਨਹੀਂ ਹੋਏਗਾ। ਤੇ ਅਸੀਂ ਇਹ ਸੋਚਦੇ ਸੀ ਕਿ ਇਸ ਤੋਂ ਬਾਅਦ ਇੱਕ ਪੂਰਾ ਡਾਟਾਬੇਸ ਬਣੇਗਾ, ਸਾਡੇ ਮਾਈਗ੍ਰੈਂਟਸ ਕੌਣ ਨੇ, ਕਿੱਥੋਂ ਆਉਂਦੇ ਨੇ, ਕਿਵੇਂ ਰਹਿੰਦੇ ਨੇ, ਉਹਨਾਂ ਦੇ ਬੱਚੇ ਕਿਵੇਂ ਪੜ੍ਹਦੇ ਨੇ, ਉਹਨਾਂ ਦੀ ਭਾਸ਼ਾ ਕੀ ਹੈ, ਅਸੀਂ ਇੱਥੇ ਉਹਨਾਂ ਦਾ ਸੱਭਿਆਚਾਰ ਕਿਵੇਂ ਉਹਨੂੰ ਪ੍ਰੀਜ਼ਰਵ ਕਰਦੇ ਹਾਂ। ਇਹ ਸਾਰੀਆਂ ਲੜਾਈਆਂ, ਇਹ ਤਾਂ ਬਹੁਤ ਕੁਝ ਖੁੱਲ੍ਹ ਜਾਣਾ ਸੀ। ਲੇਬਰ ਦਾ, ਮਜ਼ਦੂਰਾਂ ਦਾ, ਮਜ਼ਦੂਰੀ ਦਾ ਤੇ ਕੈਪੀਟਲ ਦਾ, ਪੂੰਜੀ ਦਾ ਆਪਸੀ ਰਿਲੇਸ਼ਨਸ਼ਿਪ ਕੀ ਹੋਵੇਗਾ, ਇਹ ਦੁਬਾਰਾ ਤੋਂ ਰੀਡਿਫਾਈਨ ਹੋ ਜਾਣਾ ਸੀ। एंड वी आर नॉट टॉकिंग अबाउट इट। ऐसी गलबात नहीं। एक साल SP सिंह, इसी बीच में ये बहुत सोचनीय बात है और बहुत ही अपने आप को धिक्कारने की बात है। जब हम सिविल सोसाइटी की बात करें तो सिविल सोसाइटी कमज़ोर हुई है। कैसे कमज़ोर हुई है? NRC हो रहा था और उसके खिलाफ बहुत बड़ा आंदोलन चल रहा था, ये पैंडेमिक आया तो पूरे आंदोलन की ज़मीन को इन्होंने ख़त्म कर दिया। कैसे? कोविड तो हथियार था, कोई कोविड टीयर गैस छड़ने की लोड़ नहीं, कोविड एक ऐसे औजार के रूप में इस्तेमाल किया गया हिंदुस्तान में ही नहीं, दुनिया के बहुत सी जगहों पे। तो सिविल सोसाइटी की कमर तोड़ी गई। आप कह रहे हैं कि ये जो हमने पूरा देखा, कैसे लोग पैदल गए, एक फ्यू आवर्स में जो लॉकडाउन का डिक्लेरेशन हुआ, कैसे लोग पैदल गए, उनकी जो त्रासदी थी लोगों ने देखा, लेकिन वो त्रासदी इलेक्शन का मुद्दा क्यों नहीं बन पाती है? क्योंकि अनफॉर्चुनेटली इलेक्शन में जो स्टेक होल्डर्स हैं वो एक ही तरह के लोग हैं। मैं कहने के लिए मजबूर हूं कि एक ही तरह के लोग हैं। वो जनता के दर्द को, उस तबके के दर्द को, और सिविल सोसाइटी को तो इन्होंने जेलों में बंद करने का कम से कम हिसाब किताब बना लिया। किन्नी को सिविल है ते किन्नी को सोसाइटी है। मतलब ये लगदा सीगा कि हुण असी लेबर कोड्स ਦੀ ਗੱਲ ਕਰ ਰਹੇ ਹਾਂ। ਇੰਨੀ ਵੱਡੀ ਇਨਫਾਰਮਲ ਵਰਕਫੋਰਸ ਸੀ ਤਾਂ ਫਿਰ ਇਹ ਸੀ ਨਾ, ਇੱਕ ਤਾਂ ਇੱਦਾਂ ਲੱਗਦਾ ਸੀ ਕਿ ਕੋਵਿਡ ਖਤਮ ਹੋਏਗਾ ਤੇ ਮੁੱਦਾ ਉੱਠੇਗਾ ਕਿ ਇਨਫਾਰਮਲ ਵਰਕਫੋਰਸ ਨੂੰ ਫਾਰਮਲਾਈਜ਼ ਕਿਸ ਤਰ੍ਹਾਂ ਕਰਨਾ ਹੈ, ਇਹ ਫਾਰਮਲ ਵਰਕਫੋਰਸ ਕਿੱਦਾਂ ਬਣੇਗੀ। ਮੈਂ ਪੰਜਾਬ ਦੇ ਲੋਕ ਬਹੁਤ ਜਾਂਦੇ ਨੇ, NRIs ਨੇ। ਲੱਲਨ ਸਾਹਿਬ ਨੇ ਦੱਸੋ ਵੀ ਇੱਥੋਂ ਕੋਈ ਪੰਜਾਬੀ ਜਾਂਦਾ ਕੈਨੇਡਾ, ਉਹ ਸੱਚੇ ਰਸਤੇ ਜਾਵੇ ਤੇ ਝੂਠੇ ਰਸਤੇ ਜਾਵੇ, ਟਰੈਵਲ ਏਜੰਟਾਂ ਦੇ ਥਰੂ ਜਾਵੇ, ਜਿੱਦਾਂ ਮਰਜ਼ੀ ਜਾਵੇ, ਜੇ ਉਹ 2-4 ਸਾਲਾਂ 'ਚ ਉਹ ਸੈੱਟ ਹੋ ਜਾਂਦਾ, 5-7 ਸਾਲਾਂ 10 ਸਾਲਾਂ ਉਹਦਾ ਘਰ ਘੁਰ ਹੋ ਜਾਂਦਾ, ਉੱਥੇ ਸ਼ਾਦੀ ਹੋ ਜਾਂਦੀ, ਉੱਥੇ ਰਹਿਣ ਲੱਗਦਾ, ਕੈਨੇਡੀਅਨ ਨਾਗਰਿਕਤਾ ਹੋ ਜਾਂਦੀ। ਇੱਥੇ ਮੇਰਾ ਮਜ਼ਦੂਰ ਆਉਂਦਾ ਹੈ, ਹੱਡ ਭੰਨਵੀਂ ਮਿਹਨਤ ਕਰਦਾ, 10-10 ਘੰਟੇ ਕੰਮ ਕਰਦਾ ਹੈ, 20 ਸਾਲ ਕੰਮ ਕਰਦਾ ਹੈ, ਤੇ ਕੋਵਿਡ ਆ ਜਾਂਦਾ ਤੇ ਉਹ 3 ਮਹੀਨੇ ਵੀ ਸਰਵਾਈਵ ਨਹੀਂ ਕਰ ਸਕਦਾ, ਤੇ ਜੋ ਕੁਝ ਉਹ ਨਾਲ ਲੈ ਕੇ ਜਾਂਦਾ ਉਹੀ ਉਹਦਾ ਘਰ ਬਾਹਰ ਹੁੰਦਾ।
ਉਹਦੀ ਇੱਥੇ ਮਾਡਲ ਟਾਊਨ 'ਚ ਕੋਠੀ ਕਿਉਂ ਨਹੀਂ ਹੁੰਦੀ ਕਦੀ? एग्जैक्टली, तो यही तो है ਤੇ ਇਹ ਬਹਿਸ ਹੋਣੀ ਸੀ, ਇਹ ਬਹਿਸ ਹੋਣੀ ਸੀ ਵੀ ਮਜ਼ਦੂਰਾਂ ਦੀ ਕੋਠੀਆਂ ਕਿਉਂ ਨਹੀਂ ਹੈਗੀਆਂ ਇੱਥੇ? 20 ਸਾਲਾਂ ਤੋਂ ਕੰਮ ਕਰ ਰਹੇ ਹੋ ਯਾਰ ਤੁਸੀਂ। तो यहीं पे तो पैरामीटर्स हैं कि जो लेबर का ग्लोबलाइजेशन हुआ, विद इन रीजन जो लेबर की डिग्निटी है उसका ग्लोबलाइजेशन नहीं हुआ, उसको बराबर के हक जो मिलने चाहिए वो कहीं नहीं मिले। कनाडा थोड़ा सा हमें एग्जाम्पल के रूप में दिखता है, लेकिन अगर कनाडा और वहां भी लेबर का ग्लोबलाइजेशन देखेंगे बरक्स करके वहीं के मंडियों से, तो वहां पे भी नहीं हुआ, वो तो ਕਿਤੇ ਵੀ ਨਹੀਂ ਹੋਇਆ, ਬਸ कहीं भी नहीं हुआ। ਚੈੱਕ ਜ਼ਰੂਰ ਜਾ ਰਹੇ ਨੇ ਬਾਈਡਨ ਦੇ ਦਸਤਾਂ ਨਾਲ, ਇੰਨਾ ਕੁ ਹੈ। एग्जैक्टली, तो जब आप उत्तर प्रदेश के, बिहार के प्रवासी मजदूर कहते हैं ना, प्रवासी मजदूर जी, और वो जब जाते हैं वहां पे तो उनकी जो हालत थी वो एक्चुअली हिंदुस्तान की डेमोक्रेसी की हालत को बयान करती है कि हम ये कोविड ने हमें अपॉर्चुनिटी दिया समझने को। ਇਹਦੇ ਚੋਂ ਇਨਸੈਂਟਿਵ ਵੋਟਾਂ ਲੈਣ ਦਾ ਕਿਉਂ ਨਹੀਂ ਹੈ? ਜੇ ਮੈਂ ਲੋਕਾਂ ਨੂੰ ਦੱਸਾਂ ਕਿ ਭਾਈ ਕੋਵਿਡ ਇੱਥੇ ਵੀ ਆਇਆ, ਕੋਵਿਡ ਅਮਰੀਕਾ 'ਚ ਵੀ ਆਇਆ, ਇਹ ਬਾਈਡਨ ਦੇ ਚੈੱਕ ਤਾਂ ਜਾ ਰਹੇ ਨੇ ਕਿ ਕੰਟਰੀ ਦੇ ਵਿੱਚ ਇੱਕ ਸੋਸ਼ਲ ਸਿਕਿਉਰਿਟੀ ਨੈਟਵਰਕ ਸਿਸਟਮ ਹੈਗਾ, ਸੋਸ਼ਲ SSN ਨੰਬਰ ਮਿਲਦਾ ਹਰੇਕ ਨੂੰ, ਇਹ ਸਾਰਿਆਂ ਨੂੰ ਚੈੱਕ, ਔਰ ਉਹ ਬਿਗ ਬਿਜ਼ਨਸਿਸ ਨੂੰ ਵੀ, ਸਮਾਲ ਬਿਜ਼ਨਸਿਸ ਨੂੰ ਵੀ ਚੈੱਕ ਜਾਂਦੇ ਨੇ ਕਿ ਭਾਈ ਤੁਸੀਂ ਆਪਣਾ ਕਿਰਾਇਆ ਨਹੀਂ ਦੇ ਸਕਦੇ, ਦੁਕਾਨ ਤੁਹਾਡੀ ਬੰਦ ਹੈ, ਗਾਹਕ ਆ ਨਹੀਂ ਰਹੇ, ਕਮਾਈ ਹੋ ਨਹੀਂ ਰਹੀ, ਤੁਹਾਡੇ ਪਰਿਵਾਰਾਂ ਦਾ, ਤੁਹਾਡੀ ਕਿਸ਼ਤ ਜਾਣੀ ਹੈ ਕਾਰ ਦੀ, ਇਹ ਕਿਸ਼ਤ ਸਰਕਾਰ ਪੇ ਕਰੇਗੀ। ਇਹ ਨਹੀਂ ਕਿ ਉਹ ਮੋਰੇਟੋਰੀਅਮ ਹੋ ਜਾਏਗਾ, ਸਰਕਾਰ ਪੇ ਕਰ ਰਹੀ ਹੈ ਬਕਾਇਦਾ ਉਹਨਾਂ ਚੀਜ਼ਾਂ ਨੂੰ। ਇਹ ਗੱਲਾਂ ਇੱਥੇ ਕਰਕੇ ਮੈਨੂੰ ਵੋਟਾਂ ਕਿਉਂ ਨਹੀਂ ਮਿਲਦੀਆਂ? ਕੀ ਮੈਨੂੰ ਮਿਡਲ ਕਲਾਸ ਵੋਟਾਂ ਨਹੀਂ ਪਾਏਗੀ? ਇਹਦੇ ਲਈ ਕਿਉਂ ਨਹੀਂ ਲੜਦਾ ਪੋਲੀਟੀਸ਼ੀਅਨ? ਨਹੀਂ, ਦੇਖੋ ਤੁਸੀਂ ਇਹ ਦੇਖੋ ਕਿ ਜਿਹੜੀ ਪਾਰਟੀ ਹੈ ਉਹ ਕਿਸ ਦੀ ਇੰਟਰਸਟ ਲਈ ਲੜ ਰਹੀ ਹੈ। ਨੰਬਰ 1, ਉਹਦੀ ਫੰਡਿੰਗ ਕੌਣ ਕਰ ਰਿਹਾ। ਪਿਛਲੇ 1 ਸਾਲ 'ਚ ਜਿੰਨੇ ਸਾਡੇ ਬਿਲੀਅਨਰ ਨੇ, ਸਪੈਸ਼ਲੀ ਜੋ ਸਾਡੇ ਪ੍ਰਧਾਨ ਮੰਤਰੀ ਜੇ ਫੇਵਰੇਟ ਫਰੈਂਡਸ ਨੇ, ਉਹਨਾਂ ਦੀ ਆਪਣੀ ਇਨਕਮ ਮਲਟੀਪਲ ਟਾਈਮਸ, ਉਹ ਬਿਲੀਅਨਰ ਤੋਂ ਮਲਟੀ ਬਿਲੀਅਨਰਸ ਬਣ ਗਏ ਨੇ, ਤੇ ਉਹਨਾਂ ਦੀ ਇੰਟਰਸਟ ਤਾਂ ਸੇਫ ਨੇ। ਉਹ ਬਿਲੀਅਨਰ ਸਾਰੀਆਂ ਪਾਰਟੀਆਂ ਦੇ ਹੁੰਦੇ ਨੇ, ਜਦੋਂ ਅਸੀਂ ਉਦੋਂ ਵੀ ਉਹੀ ਬਿਲੀਅਨਰ ਸੀ। ਗੱਲ ਸੁਣ ਲਈ ਜੀ। ਦੂਜੀ ਬਾਤ ਮੈਂ ਹਰ ਟਾਈਮ ਲੋਕਾਂ ਨੂੰ ਕਹਿੰਦਾ ਕਿ ਸਾਡਾ ਸਿਸਟਮ ਤਾਂ ਨੰਗਾ ਹੀ ਸੀ। ਇਹ ਕੋਵਿਡ ਇੱਕ ਸਾਡੇ ਕੋਲ ਇੱਕ ਸਮਾਂ ਸੀ, 1 ਸਾਲ ਸੀ, ਅਸੀਂ ਉਹਨੂੰ ਇਵੈਲੂਏਟ ਕਰ ਸਕਦੇ ਸੀਗੇ, ਉਹਨੂੰ ਫਿਕਸ ਕਰ ਸਕਦੇ ਸੀਗੇ, ਬਟ ਇਹ ਬੜੀ ਪੋਜ਼ਿਟਿਵ ਥਿੰਕਿੰਗ, ਬੜੀ ਉਹ ਵਾਲੀ ਗੱਲ ਹੈ। ਮੈਂ ਮਿਨੀਮਮ ਦੀ ਗੱਲ ਕਰ ਰਿਹਾ ਜੀ, ਇਹ ਤਾਂ ਘੱਟੋ ਘੱਟ ਇੰਨਾ ਕਰਨਾ ਸੀ। ਮੈਂ ਨਹੀਂ ਐਸਐਸਪੀ ਸੁਣ ਲਓ, ਇਹ ਤੁਹਾਡੀ ਫਿਲਾਸਫੀ ਹੋ ਸਕਦੀ ਹੈ ਕਿ ਇਹ ਫਿਕਸ ਕਰਨ ਦਾ ਟਾਈਮ ਹੋਏਗਾ, ਇੰਪਰੂਵ ਕਰਨ ਦਾ ਟਾਈਮ ਹੋਏਗਾ। ਦੇਖੋ ਜੇ ਮੈਂ ਜ਼ਿਆਦਾ ਮੰਗਦਾ ਤੇ ਇਹ ਸੀ ਨਾ ਵੀ ਭਾਈ ਸਾਰੇ ਹਸਪਤਾਲ, ਮੈਕਸ ਕੇਅਰ ਹਸਪਤਾਲ, ਫੋਰਟਿਸ ਹਸਪਤਾਲ, 5 ਸਟਾਰ ਹਸਪਤਾਲ ਬਣ ਜਾਣ। ਮੈਂ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਪ੍ਰਾਇਮਰੀ ਹੈਲਥ ਸਿਸਟਮ ਤਾਂ ਅਸੀਂ ਠੀਕ ਹੋ ਜਾਂਦਾ। ਐਸਪੀ ਜੀ ਇਹ ਦੇਖੋ, ਇਹ ਤੁਹਾਡੀ ਮੰਗ ਹੋ ਸਕਦੀ है, पर किसी और दी मांग, किसी और दी स्ट्रैटेजी अलग है। देखिए सारे लोगों की मांग है। अर्जुन की बात को मैं और बढ़ाना चाहता हूं। अर्जुन जो कह रहे हैं कि एक्चुअली हम इस रोशन ख्याली में रह रहे हैं, पर ये जो रोशन ख्याल है, सरकार और जनता को वहां तक पहुंचाने में वो आइडियोलॉजिकल ऑपरेटर्स वही है जो मैक्स के बगल में मोहाली 6 फेज का अस्पताल है, उसकी हालत देख लीजिए, मैक्स की हालत देख लीजिए। तो 6 फेज में जिसका एक्सेस होता है वो देख लेना, मैक्स की तो पता ही है। तो एक्सेस खत्म कर दिया ना। तो आप क्या समझते हैं कि 1 साल में ये पूरा अपना नौ उदारवादी ढांचा बदल लेंगे? ये तो और उसको मजबूत कर रहे हैं, तभी तो अर्जुन कह रहे हैं ये एक सोची समझी एक साजिश हैगी जी। मैं इसलिए कह रहा हूं क्योंकि पिछले ये पहला एग्जांपल नहीं जिथे कोई क्राइसिस आया किसी देश से, हर देश ਚ ਬੜੇ ਦੇਸ਼ਾਂ 'ਚ ਕ੍ਰਾਈਸਿਸ ਆਇਆ। ਮੈਂ ਚੇਤੀ ਨਾਲ ਟ੍ਰਾਂਸਲੇਟ ਨਹੀਂ ਕਰਨਾ ਚਾਹੁੰਦਾ, ਬ੍ਰੇਕ ਲਈ ਰੁਕਣਾ ਪੈ ਰਿਹਾ। ਟ੍ਰਾਂਸਲੇਸ਼ਨ ਦਾ ਇਹ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਦੇਖ ਐਸਪੀ ਸਿੰਘ, ਜੇ ਅਗਲਾ ਵਾਇਰਸ ਆ ਗਿਆ ਨਾ ਤਾਂ ਇਸ ਤੋਂ ਵੀ ਮਾੜੀ ਹੋਏਗੀ ਤੁਹਾਡੇ ਨਾਲ। ਨਹੀਂ, ਕੋਈ ਵੀ ਨੈਚੁਰਲ ਜਾਂ ਮੈਨ ਮੇਡ ਕਲੈਮਿਟੀ ਹੋਏਗੀ। ਬ੍ਰੇਕ ਲਈ ਰੁਕਣਾ ਪੈ ਰਿਹਾ, ਬਟ ਵੀ ਵਿਲ ਟਾਕ ਅਬਾਊਟ ਇਟ ਕਿ ਕਾਨੂੰਨ ਸਾਜ਼ੀ ਤੇ ਸਾਡੀ ਪੋਲਿਟਿਕਸ ਦੇ ਉੱਤੇ ਕਿਸ ਕਿਸਮ ਦਾ ਅਸਰ ਪਿਆ ਇਸ ਵਾਇਰਸ ਦਾ, ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਇੱਕ ਵਾਰੀ ਚਰਚਾ ਕਰ ਰਹੇ ਸੀ ਕਿ ਕਰੋਨਾ ਨੇ ਸਾਨੂੰ ਕਿਸ ਕਦਰ ਹਸੀਨ ਮਨੁੱਖ ਬਣਾ ਦਿੱਤਾ ਹੈ ਜਾਂ ਬਣਾ ਸਕਦਾ ਸੀ, ਸਾਡੇ ਸਮਾਜ ਨੂੰ ਕਿੰਨਾ ਖੁਸ਼ਗਵਾਰ ਸਮਾਜ ਬਣਾ ਸਕਦਾ ਸੀ, ਤੇ ਖੜੇ ਅੱਜ ਅਸੀਂ ਕਿੱਥੇ ਹਾਂ ਜਦੋਂ 1 ਸਾਲ ਕਰੋਨਾ ਦਾ ਪੂਰਾ ਹੋਇਆ। ਕਰੋਨਾ ਤੇ ਅਜੇ ਆਲੇ ਦੁਆਲੇ ਹੈ ਹੀ ਹੈ। ਅਸੀਂ ਜੋ ਕੀਤਾ ਉਸ 1 ਸਾਲ 'ਚ ਉਹਦੀ ਗੱਲ ਕਰ ਰਹੇ ਹਾਂ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਪ੍ਰੋਫੈਸਰ ਲੱਲਨ ਬਘੇਲ ਜੀ ਅਤੇ ਅਰਜੁਨ ਸ਼ੇਰੋਨ ਜੀ। ਪ੍ਰੋਫੈਸਰ ਸਾਹਿਬ, ਜਿਸ ਵੇਲੇ ਤੁਸੀਂ ਗੱਲ ਕੀਤੀ ਨਾ ਕਿ NRC CA ਦੇ ਚੱਲ ਰਹੇ ਸੀ ਪ੍ਰੋਟੈਸਟ, ਤੇ ਕਰੋਨਾ ਨੂੰ ਐਜ਼ ਆ ਔਜ਼ਾਰ ਤੁਸੀਂ ਕਿਹਾ ਯੂਜ਼ ਕੀਤਾ ਗਿਆ, ਵੈਸੇ ਪੋਲਾਈਟ ਸ਼ਬਦ ਵਰਤਿਆ ਜੀ, ਹਥਿਆਰ ਦੇ ਤੌਰ 'ਤੇ ਯੂਜ਼ ਕੀਤਾ ਗਿਆ ਕਰੋਨਾ ਨੂੰ। ਇਹ ਜਿਹੜੇ ਮਤਲਬ ਕਿਸੇ ਪੈਂਡੈਮਿਕ ਨੂੰ, ਕਿਸੇ ਬਹੁਤ ਵੱਡੀ ਚੀਜ਼ ਨੂੰ ਯੂਜ਼ ਕਰ ਲੈਣਾ ਕਿ ਇਹਦੇ ਨਾਲ ਹਰ ਡਾਈਸੈਂਟ ਹੁਣ ਦਬਾ ਦਿੱਤੀ ਜਾਵੇ। ਹੁਣ ਅੱਜ ਦੀ ਤਾਰੀਖ ਦੇ ਵਿੱਚ ਤੁਸੀਂ ਜਿੱਥੇ ਵੀ ਇਕੱਠੇ ਹੁੰਦੇ ਹੋ ਕਿਸੇ ਗੱਲ ਦੀ ਡਿਮਾਂਡ ਕਰਨ ਲਈ, ਤਾਂ ਸਰਕਾਰ ਕਹਿ ਸਕਦੀ ਹੈ ਕਿ ਭਾਈ ਕਰੋਨਾ ਹੈ, ਇੱਕ ਦੂਜੇ ਤੋਂ 2 ਗਜ਼ ਦੀ ਦੂਰੀ ਰੱਖੋ, ਜੇ ਮੁਜ਼ਾਹਰਾ ਕਰਨਾ ਤਾਂ ਘੱਟੋ ਘੱਟ ਇੰਨੇ ਕੁ ਗਜ਼ਾਂ ਦੀ दूरी रखो, भी अपने अपने घर रहो, ऑनलाइन मुजाहरा कर लिया करो, ऑनलाइन धरना ला लिया करो। एसपी सिंह जी, यही तो सोचने की बात है। सरकार को जिन स्टेट्स में इलेक्शन करवाने होते हैं
वहाँ कोरोना को छुट्टी पे भेज दिया जाता है। वो तो चलो सर, वो सब लोगों ने देखा ही है। नहीं, कोरोना को छुट्टी पे भेज दिया जाता है, लेकिन जहां पे आंदोलन चल रहा है, देखिए सरकार के पास अगर इसके सैद्धांतिक बात, थ्योरेटिकल बात पे देखें तो सरकार के लिए विपक्ष होना जरूरी है। बिना विपक्ष के सरकार नहीं होती है, लेकिन जो विपक्ष केवल पार्टी वाला विपक्ष नहीं होता है, सड़क पे जो सवाल उठाने वाले लोग जन आंदोलन होते हैं, वो जन आंदोलन एनआरसी और सीए के खिलाफ जो चल रहा था, तो कोविड आया, कोविड इज अ रियल, हम नहीं कह रहे, लेकिन कोविड के बहाने जो एक्स्ट्रा ऑर्डिनरी लॉज लगा करके लोग, जितने प्रोटेस्टर्स थे या तरह तरह के नुमाइंदगी करने वाले जन आंदोलन के लोग थे, उनको जेलों में भेज दिया गया। जेलों में ऐसी दफाओं में भेजा गया जिसपे बेल नहीं होती है, और अभी तक उनका हेयरिंग के एक स्टेजेस तक नहीं आया। तो ये सवाल औजार क्यों नहीं होगा? कम दी चीज है कोविड वायरस, कम दी चीज है, सरकारों ने तो काम आ ही रही है ना, बिल्कुल जबरदस्त मतलब मैं कहना भी, देखो जी पीपी किट नहीं है गया, देखो जी वैक्सीन ठीक तरीके ਨਾਲ ਡਿਸਟ੍ਰੀਬਿਊਟ ਨਹੀਂ ਹੋ ਰਿਹਾ, ਦੇਖੋ ਜੀ ਇਹ ਹਸਪਤਾਲ ਨੇ ਨਾ ਜਮਾਖੋਰੀ ਕੀਤੀ ਹੋਈ ਹੈ, ਅਮੀਰ ਲੋਕਾਂ ਨੂੰ ਵੈਕਸੀਨ ਦੇ ਰਿਹਾ। ਜੇ ਮੈਂ ਇੰਨੀ ਗੱਲ ਕਹਾਂਗਾ, ਡਿਸਹਾਰਮੋਨੀ ਤਾਂ ਫੈਲੇਗੀ, ਟ੍ਰੈਂਕੁਇਲਿਟੀ ਤਾਂ ਭੰਗ ਹੋਏਗੀ, ਤੇ ਮੈਨੂੰ ਪੁਲਿਸ ਫੜ ਨਹੀਂ ਸਕਦੀ ਹੈ ਨਾ ਕਿ ਭਾਈ ਅਮਨ ਸ਼ਾਂਤੀ ਨੂੰ ਖਤਰਾ ਪੇਸ਼ ਕਰ ਰਿਹਾ ਬੰਦਾ। ਐਸਪੀ ਜੀ, ਸਭ ਤੋਂ ਵੱਡਾ ਹਥਿਆਰ ਸਰਕਾਰ ਦੇ ਕੋਲ ਹੈ ਡਰ। ਜਦ ਡਰ ਹੁੰਦਾ ਹੈ ਨਾ, ਉਹਦੇ ਨਾਲ मैं अपनी गल जी ब्रेक तो पहला कह रहा सी, एक थ्योरी बनाई गई है शॉक डॉक्ट्रिन, ते सिर्फ ये इंडिया च नहीं, कई देशों च इस्तेमाल की गई, चिली च की गई, बड़े जिथे जिथे पंजाबी वाले ने ट्रांसलेशन की है, सदमा सिद्धांत, नॉमी क्लेन दी किताब दी भी सदमा सिद्धांत के नाम तो बड़ी अच्छी ट्रांसलेशन। तो ये सदमा सिद्धांत की कहता है कि जब भी कोई इस तरह की मैन मेड या नैचुरल कोई आपदा आंदी है, कोविड एक परफेक्ट एग्जाम्पल है, डर का पूरा कारोबार चलाया गया, किसी भी तरह का कानून पास किया गया, किसी भी तरह की नीति पास की गई है, कोई भी चीज तुसी चक के बेच दो, ते डरा हुआ इंसान, डरी हुई जनता, डरे हुए नागरिक, जो तुसी हॉस्पिटल च होंदे हो ना, तो भावें तुहाडी कोई प्रॉपर्टी भी साइन करा के ले जाए, बंदा कहता चाहो यार मैं जिंदगी बचावा, जान है तो जहान है, बिल्कुल पर जहान जब तुसी हॉस्पिटल तो बाहर आंदे हो तो पता चलता है तुहाडे पीएसयू भी बेच दिते गए, कानून भी नए आ गए, ते खेती भी खत्म कर देंगे, ते जे तुसी चौंक च इकट्ठे होए तो कोविड कह के तुहानू पहुंचा दिता जाएगा या फड़ के अंदर कर दिता जाएगा। लॉज एक्स्ट्राऑर्डिनरी लॉज हैं, देखिए कॉलोनियल लॉज है। सरकार ने कुछ मदद की है मजदूरां दी, इस दौरान लेबर एक्ट लियांदा, लेबर कोड्स बनाए, देखिए हुण तुसी हड़ताल नहीं कर सकदे, तुसी यूनियन नहीं बना सकदे, तुसी कलेक्टिव डिमांड्स नहीं कर सकदे, किस तरह के लेबर लॉज में चेंजेस किए वो भी तो देखने की जरूरत है। लेकिन लेबर रिफॉर्म्स कहंदे सुधार नहीं, वो तो फॉर्मल रिफॉर्म्स सरकार 7 साल हो गए, सरकार में 2014 तो है, इन्होंने 7 साल वेट क्यों किया? ये परफेक्ट अपॉर्चुनिटी सी इन्हां दे कोल कि डरदा जद पूरा माहौल होएगा, कोई लेबर यूनियंस बाहर आके प्रोटेस्ट नहीं कर सकेंगी, ये आगे ये साडे किसान ही है जेडे बैठे ने किसान आंदोलन च इन कानूनां दे खिलाफ। नहीं, ये सिर्फ एक कानून नहीं पास किए गए, कितने इदां दे कानून है जेडे पास किए गए। नंबर 1, मैं खुद वकील हाँ, 50% साडे मतलब रोज जज बोलते हैं कि 50% जेडे हैगे भर्तियां नहीं हो रखियां, कोर्ट्स खाली ने, देयर आर नो जजेस, 50% खाली है, इंसाफ लेना किदे तो इंसाफ लेना किदे तो। तो जे सरकार सीरीयस सी गई, अलग अलग सैक्टर्स दे बारे कुछ काम कर रहे, तुहाडे कोल पूरा साल सी, तुसी लोक जजां नूं लांदे, बाकी मुलाजमां नूं लांदे, अपने सिस्टम्स फिक्स कर दे, उल्टा तुसी अपने फेवरेट लोकां दा फायदा करादा एमरजेंसी दिखा के। दूसरी तौर पे ਜਿਹੜੇ ਕਾਨੂੰਨ ਤੁਸੀਂ ਪਾਸ ਨਹੀਂ ਕਰ ਪਾਏ ਸੀ ਇਹ 7 ਸਾਲਾਂ ਤੱਕ, ਤੁਸੀਂ ਪਾਸ ਕਰਤੇ ਰਿਫਾਰਮਸ। ਸਾਡੇ ਹਸਪਤਾਲਾਂ ਦੇ ਵਿੱਚ ਬੰਦੇ ਦਾ ਧਿਆਨ ਨਹੀਂ ਰੱਖ ਪਾ ਰਹੇ, ਆਪਣੇ ਸਾਰਿਆਂ ਦੇ ਬੜੇ ਵੈਲ ਨੋਨ ਡਾਕਟਰ ਪਿਆਰੇ ਲਾਲ ਗਰਗ ਜੀ ਪੀਜੀਆਈ ਵਰਗੇ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਨੇ। ਮੇਰਾ ਤੇ ਦਿਲ ਕਰਦਾ ਇੱਕ ਦਿਨ ਮੈਂ ਇੱਥੇ ਦਲੀਲ ਤੇ ਉਹਨਾਂ ਨੂੰ ਬੁਲਾ ਲਾਂ ਤੇ ਉਹਨਾਂ ਤੋਂ ਜਿੰਨੇ ਦਿਨ ਉਹਨਾਂ ਨੇ ਪੀਜੀਆਈ ਵਿੱਚ ਚਲਾਇਆ ਨਾ, ਇੱਕ ਦਿਨ ਦਾ ਹਾਲ ਪੁੱਛਾਂ ਕਿ ਕੀ ਹੋ ਰਿਹਾ ਹੈ, ਫਿਰ ਲੋਕਾਂ ਦੀਆਂ ਨਾ ਅੱਖਾਂ ਖੁੱਲ ਜਾਣ ਕਿ ਪੀਜੀਆਈ ਵਰਗੇ ਅਦਾਰੇ ਦੇ ਵਿੱਚ, ਜਿਹੜਾ ਕਿ ਚੰਡੀਗੜ੍ਹ ਸ਼ਹਿਰ ਵਿੱਚ ਹੈ, ਜਿਹੜਾ ਮੀਡੀਆ ਦੇ ਨਾਲ ਕੁਰਬਲ ਕਰਦਾ ਸ਼ਹਿਰ ਹੈ, ਤੇ ਡਾਕਟਰ ਪਿਆਰੇ ਲਾਲ ਗਰਗ ਵਰਗੇ ਵਿਅਕਤੀ ਨਾਲ, ਜਿਸ ਨੂੰ ਸਭ ਲੋਕ ਜਾਣਦੇ ਨੇ, ਜਿਹੜੇ ਮੈਡੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਰਹੇ ਨੇ, ਵੈਲ ਨੋਨ ਸੋਸ਼ਲ ਪੋਲੀਟੀਕਲ ਐਕਟਿਵਿਸਟ ਨੇ, ਡਾਇਰੈਕਟਰ ਹੈਲਥ ਰਹੇ ਨੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਉਹਨਾਂ ਦੇ ਨਾਲ ਜੋ ਬੀਤ ਰਹੀ ਹੈ, ਜਿਵੇਂ ਇਸ ਪੇਸ਼ੈਂਟ ਦਾ ਹੋਣਾ, ਤੇ ਫਿਰ ਬਾਕੀ ਪੇਸ਼ੈਂਟਸ ਦਾ ਤੇ ਦੂਰ ਦੁਰਾਡੇ ਦੇ ਪਿੰਡਾਂ ਬਾਕੀਆਂ ਨੂੰ ਤਾਂ ਬੈੱਡ ਹੀ ਨਹੀਂ ਮਿਲਦਾ। ਹਾਂ, ਸਿਵਲ ਹਸਪਤਾਲਾਂ 'ਚ ਕੀ ਹੋ ਰਿਹਾ ਹੈ? ਅਸੀਂ ਕਿੰਨੇ ਲੋਕਾਂ ਨੂੰ ਜਾਣਦੇ ਜਿਨ੍ਹਾਂ ਨੂੰ ਬੈੱਡ ਨਹੀਂ ਮਿਲਿਆ ਕੋਵਿਡ ਦੇ ਵਕਤ। ਪਰ ਤੁਸੀਂ ਇਹਨਾਂ ਨੂੰ ਦੇਖੋ, ਤੁਸੀਂ ਕਹਿੰਦੇ ਉਹਨਾਂ ਨੂੰ ਬੈੱਡ ਨਹੀਂ ਮਿਲਿਆ। ਇਹ ਸਾਡੇ ਮਿੱਤਰ ਨੇ, ਤੁਹਾਡੇ ਨਾਲ ਤਾਂ ਰੋਜ਼ ਹੀ ਇਹਨਾਂ ਦੀ ਮੁਲਾਕਾਤ ਹੁੰਦੀ ਹੈ, ਅਸੀਂ ਇਹਨਾਂ ਦੀ ਦੁਨੀਆ 'ਚ ਰਹਿੰਦੇ ਹਾਂ। ਇਲੋਨ ਮਸਕ, ਇਹ ਭਾਈ ਸਾਹਿਬ ਦੀ ਜਿਹੜੀ ਹੈਗੀ ਹੈ ਵੈਲਥ, ਉਹ ਕੋਈ ਲਗਭਗ 150 ਗੁਣਾ 150% ਵੱਧ ਗਈ ਹੈ। ਸੌਰੀ ਜੀ, ਉਹ ਘਾਟਾ ਪੈ ਗਿਆ ਇਲੋਨ ਮਸਕ ਦੇ, ਤਾਂ ਮੈਂ ਕਿੰਨੇ ਕਰੋੜ ਖਰਚ ਲਿਆ ਸੀ, 559% ਵੱਧ ਗਈ ਹੈ। 559 ਯਾਨੀ ਕਿ 5% ਵੱਧ ਗਈ ਹੈ।
ਤੇ ਜੈਫ ਬੇਜ਼ੋਸ ਅਮੇਜ਼ਨ ਵਾਲੇ, ਇਹਨਾਂ ਨਾਲ ਤੁਹਾਡੀ ਰੋਜ਼ ਮੁਲਾਕਾਤ ਹੋ ਜਾਂਦੀ ਹੈ। ਇਹਨਾਂ ਦੀ ਕੋਈ 58% ਵੱਧ ਗਈ ਹੈ, $65 ਬਿਲੀਅਨ। ਮਾਰਕ ਜ਼ਕਰਬਰਗ ਫੇਸਬੁੱਕ ਵਾਲੇ, ਇਹ 86% ਜ਼ਿਆਦਾ ਇਹਨਾਂ ਦੀ ਵੈਲਥ ਵੱਧ ਗਈ ਹੈ। ਕੰਬਾਈਨਡ ਉਹ ਕਹਿ ਰਹੇ ਨੇ ਜ਼ੂਮ ਵਾਲੇ 153% ਵੱਧ ਗਏ ਨੇ। 10 ਬਿਗੈਸਟ ਜਿਹੜੇ ਬਿਲੀਅਨੇਰ ਨੇ ਇਹਨਾਂ ਦੀ ਵੈਲਥ 300% ਵੱਧ ਗਈ, 3 ਗੁਣਾ। ਉਹਨਾਂ ਨੇ ਇਹਨਾਂ ਦਾ ਨਾਂ ਰੱਖਿਆ ਪੈਂਡੈਮਿਕ ਪ੍ਰੋਫਿਟੀਅਰਸ। ਨਹੀਂ, ਇਹ ਪੁਰਾਣੀ ਕਹਾਣੀ ਹੈ। ਸੋ ਕੋਵਿਡ ਇਜ਼ ਵੈਰੀ ਬੈਨੀਫੀਸ਼ੀਅਲ। ਇਹ ਪੁਰਾਣੀ ਕਹਾਣੀ ਹੈ। ਕੋਵਿਡ ਦਾ ਬਹੁਤ ਫਾਇਦਾ। ਇੱਕ ਕਿਤਾਬ ਆਈ ਸੀ ਸਾਈਨਾਥ ਸਾਹਿਬ ਦੀ, ਐਵਰੀਵਨ ਲਵਸ ਅ ਗੁੱਡ ਡਰਾਊਟ। ਜਦ ਸੁੱਖਾ ਪੈਂਦਾ ਸਮ 20 ਇਅਰਸ ਸਾਰੇ ਹਰ ਕਿਸੇ ਨੂੰ ਇੱਕ ਵਧੀਆ ਜਿਹੜੀ ਸੋਕਾ ਉਹ ਬਹੁਤ ਚੰਗਾ ਲੱਗਦਾ ਹੈ, क्योंकि सरकारां दी भी चाहती होंदी है, ठेकेदारों दी भी चाहती होंदी है। देखिए कोविड को आप बहुत ही प्लेन तरीके से समझिए। साइनाथ should be writing another book about this। और पूरी दुनिया में जब भी पैंडेमिक आए हैं तो दुनिया में पैंडेमिक को एक अपॉर्चुनिटी के रूप जो हुक्मरान है, इतिहास बताता है लोगों की जिंदगी के ऊपर सिकंजा कसा है। वो तो अलग बात है कि किसी और वजह से लोग मरने से कम हो गए हों, बढ़ गए हों, वो एक नेचर का अपना तरीका हो सकता है, लेकिन पैंडेमिक हैज बीन यूज्ड एज ए एक्स्ट्राऑर्डिनरी वेपन। तो मैं दसो ये स्टेट्स ने रजिस्ट क्यों नहीं किया? सारा कुछ सेंटर मैनेज करता ने। हुण तां साडे जिहड़ियां पावर दियां इक्वेशनस है डिफरेंटली बन रही ने। एक बहुत स्ट्रोंग सेंटर है, कुछ स्टेट्स दे विच रेजिस्टेंस दियां पॉकेट्स है। जिस वेले इस किस्म का पैंडेमिक आंदा, हेल्थ लार्जली स्टेट सब्जैक्ट, लार्जली क्या हेल्थ तो प्योरली स्टेट सब्जैक्ट है, कंकरेंट लिस्ट ते भी नहीं है। बिल्कुल। तां की सेंटर स्टेट रिलेशंस ने इहदे विच किस किस्म का रोल निभाया? देखिए स्टेट्स ने किवें डील कीता? असी एक साल जो भी होया इहदे च सेंटर स्टेट रिलेशंस दा एक मेजर एलिमेंट है। एग्जांपल के बतौर देख लें, केजरीवाल जी घंटी भी बजा रहे थे, थाली भी बजा रहे थे, सारा जो रिचुअल हो रहा था ऊपर से काफी समय तो अच्छे बच्चे 370 ते वोट किधर पाई सी उन्होंने? तो मेरे कहने का मतलब देश की एकता ते अखंडता ली पाई सी उन्होंने। क्या बीजेपी जेडी है का मतलब पीस एंड डेवलपमेंट ले आ रही है। तो एक तरह से उनका जो पोजीशन था वो चेंज ही हो चुका था। अचानक जब एनसीटी का ये नया कानून आ गया तो वो कह रहे हैं बड़ा धक्का हो गया। अरे एक तरफ आप सपोर्ट कर रहे थे लगातार, 370 नाल देश मजबूत हो रहा सी, पीस ते डेवलपमेंट आ रही सी कश्मीर दे विच, ਤੇ ਐਨਸੀਟੀ ਦਾ ਲਾ ਪਾਸ ਹੋਣ ਲੱਗਾ ਵੀ ਸਰ ਜਿਹੜੀ ਰੀਅਲ ਪਾਵਰ ਹੈ ਉਹ ਲੈਫਟੀਨੈਂਟ ਗਵਰਨਰ ਕੋਲ ਹੋਏਗੀ, ਦਿੱਲੀ ਦੇ ਚੁਣੀ ਹੋਈ ਸਰਕਾਰ ਕੋਲ ਨਹੀਂ ਹੋਏਗੀ, ਜਿਹੜਾ ਕਿ ਬੜਾ ਗਲਤ ਲਾ ਹੈ। ਜੀ ਉਸ ਵੇਲੇ ਉਹਨਾਂ ਨੂੰ ਧਿਆਨ ਆਇਆ ਕਿ ਫੈਡਰਲਿਜ਼ਮ ਨੂੰ ਖਤਰਾ ਪੈਦਾ ਹੋ ਗਿਆ। ਬਟ ਦਾ ਇਸ਼ੂ ਆਫ ਫੈਡਰਲਿਜ਼ਮ ਵਾਸ ਸੈਂਟਰਲ। ਇਹ ਕੇਂਦਰੀ ਇਸ਼ੂ ਸੀਗਾ ਕਿਵੇਂ ਕੋਵਿਡ ਦੇ ਨਾਲ ਡੀਲ ਕੀਤਾ ਜਾਣਾ ਸੀਗਾ, ਰਾਜਾਂ ਨੇ ਕਿਵੇਂ ਰਿਸਪੌਂਡ ਕਰਨਾ ਸੀ। ਆਫਟਰ ਆਲ ਕੇਂਦਰ ਨੇ ਰਾਜਾਂ ਦੇ ਥਰੂ ਹੀ ਆਪਰੇਟ ਕਰਨਾ ਸੀਗਾ। एग्जैक्टली ये जो कानून बने हैं एक्स्ट्राऑर्डिनरी टाइम में, उन कानूनों को जिस तरह से लाया गया वो फेडरल स्ट्रक्चर को कहाँ लेके जाता है? पर कितने अपोजिशन कितने है? जो ड्यूरिंग कोविड जिवें गाइडलाइंस आंदियां सी, मेरे मुख मंत्री दा ਇਹਦੇ ਤੇ ਕੋਈ ਅਧਿਕਾਰ ਨਹੀਂ ਸੀ ਕਿ ਮੈਂ ਆਪਣੇ ਘਰੋਂ ਕਾਰ ਵਿੱਚ ਕਿੰਨੇ ਦੋਸਤਾਂ ਨੂੰ ਬਿਠਾ ਕੇ ਕਿਹੜੇ ਰਸਤੇ ਤੋਂ ਕਿਸ ਕੰਮ ਲਈ ਦੂਸਰੀ ਜਗ੍ਹਾ ਤੇ ਜਾਵਾਂ। ਇਹਦੇ ਤੇ ਮੇਰੇ ਮੁੱਖ ਮੰਤਰੀ ਖਤਮ ਹੋ ਗਿਆ ਸੀ, ਉਹਦੀ ਤੇ ਪਾਵਰ ਘਰ ਦੇ ਨੇੜੇ ਥਾਣੇਦਾਰ ਜਿਹੜੀ ਕਾਂਸਟੇਬਲ ਜਿਹੜੀ ਨਹੀਂ ਸੀ। एग्जैक्टली सस्पेंड हो गई थी। अमित शाह जी डिसाइड करते थे, मोदी जी डिसाइड करते थे, एमएचए करता था, सस्पेंड हो गई थी। तभी तो ये पैंडेमिक हम कह रहे हैं लगातार सर्विलेंस और खबर नहीं छपी भी सरकार मुअत्तल कीती हुई है कि उत्ते चला रहे ने, अदरवाइज तो सस्पेंडेड सी अमरिंदर सिंह जी, एवें तनख्वाह लेंदे रहे ने एसपी जी सारे चीफ मिनिस्टर। नहीं, बहुत लोग बहुत समय तो बोलते हैं एक अनडिक्लेयर्ड इमरजेंसी है वगैरह वगैरह। दिस वाज डिक्लेयर्ड इमरजेंसी। ਇਹ ਪਿਛਲੇ 1 ਸਾਲ ਚ ਜਦ ਐਪੀਡੈਮਿਕ ਐਕਟ ਆ ਗਿਆ, ਇੱਕ ਡਿਕਲੇਅਰਡ ਐਮਰਜੈਂਸੀ ਹੈ। ਉਹਨਾਂ ਨੂੰ ਇੰਨੀ ਸਮਝ ਹੈ ਸਰਕਾਰ ਨੂੰ, ਸੈਂਟਰਲ ਗਵਰਨਮੈਂਟ ਨੂੰ ਕਿ ਨਹੀਂ ਇੱਕ ਸੁਣ ਲਓ, ਨੀਡ ਵੀ ਸੀ। ਦੇਖੋ ਮੇਰੀ ਗੱਲ ਲੋਕ ਕੁਝ ਲੋਕ ਆਰਗੂ ਕਰਨਗੇ ਨਾ ਕਿ ਇਹਦੀ ਨੀਡ ਸੀ। ਆਫਟਰ ਆਲ ਮੇਰੀ ਗੱਲ ਸੁਣੋ पूरी, बहुत मल्टीपल डायमेंशन थी। अगर नीड थी तो बीच में 1 साल में जो हुआ तो जो कह रहे थे कि इसकी नीड थी, सेंट्रलाइज्ड होना चाहिए, उसका पोस्टमार्टम भी होना चाहिए कि वाई गलबात होनी चाहिए। हाँ, उसके ऊपर खुली चर्चा होनी चाहिए। मेरा ये सिर्फ पॉइंट है कि ਜਦੋਂ 4 ਘੰਟੇ ਦੀ ਮੌਲਤ ਦੇ ਕੇ ਆਲ ਇੰਡੀਆ ਲਾਕਡਾਊਨ ਹੋ ਜਾਂਦਾ ਹੈ, ਉਹਦੀ ਸਮੀਖਿਆ ਹੋਣੀ ਚਾਹੀਦੀ ਹੈ ਨਾ। ਸੈਕਿੰਡ, ਇਹ ਬਾਰ-ਬਾਰ ਕਹਿਣਾ ਕਿ ਨਹੀਂ ਸਟੇਟਸ ਦੇ ਕੋਲ ਬੜੀ ਪਾਵਰ ਹੈ, ਫੈਡਰਲਿਜ਼ਮ ਵਗੈਰਾ, ਇਹ ਮੇਰੇ ਹਿਸਾਬ ਸੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ। ਉਹਦਾ ਕਾਰਨ ਇਹ ਹੈ ਕਿ ਜਦੋਂ ਜੀਐਸਟੀ ਵਰਗਾ ਕਾਨੂੰਨ ਆ ਜਾਂਦਾ ਹੈ ਤੇ ਸਾਰੀ ਫਾਈਨੈਂਸ਼ੀਅਲ ਪਾਵਰ ਆਲਮੋਸਟ ਉਹ ਸੈਂਟਰ ਦੇ ਕੋਲ ਹੈ। ਤੇ ਜਦ ਤੱਕ ਸੀਐਮ ਸਾਹਿਬ ਬੁੱਕੇ ਲੈ ਕੇ ਨਹੀਂ ਜਾਣਗੇ ਪੀਐਮ ਸਾਹਿਬ ਦੇ ਕੋਲ, ਉਹਨਾਂ ਦੀ ਗੱਲ ਨਹੀਂ ਮੰਨਣਗੇ। ਬਲੇਮ ਆਲ ਪੀਐਮਸ ਨਾ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਏ ਦਾ ਐਕਟ ਕੌਣ ਲੈ ਕੇ ਆਇਆ ਸੀ? ਇਹ चिदम्बरम साहब पेश कर रहे सर। एग्जैक्टली यूएपीए अमेंडमेंट कौन लेके आया? चिदम्बरम पेश कर रहे सर। एक लेवल पे कोई फर्क नहीं है, ਅਸੀਂ 2021 से फॉरवर्ड कर रहे हैं। ਅਸੀਂ 2021 से बैठे ने। ਅੱਜ ਦੀ ਗੱਲ ਕਰੋ, ठीक है? आज दी गल ये है कि सारी बातें करेंगे सर, क्यों आज दी गल करेंगे? सारी गल्लां करेंगे, जड़ों की बात भी करेंगे। जड़ों की बात तो करनी चाहिए अनडाउटेडली। देखो
NIA UAPA ਕੌਣ ਲਾਇਆ, ਉਹ ਸਭ ਗੱਲਾਂ ਸਹੀ ਨੇ, ਪਰ ਜਿਸ ਤਰ੍ਹਾਂ ਇਸ ਸਰਕਾਰ ਨੇ ਕੰਪਲੀਟ ਮਿਸਯੂਜ਼ ਕੀਤਾ ਹੈ, मोमेंटम बढ़ाया उसका, बिल्कुल। ਮਤਲਬ ਮੈਂ ਬਾਰ-ਬਾਰ ਇਹ ਕਈ ਵਾਰ ਐਗਜ਼ਾਮਪਲ ਤੁਹਾਡੇ ਸ਼ੋਅ ਵਿੱਚ ਇਹ ਵੀ ਦਿੱਤਾ ਹੋਣਾ ਹੈ ਕਿ ਜਿਵੇਂ ਕਾਂਗਰਸ ਵਾਲੇ ਨਾ ਇਹ ਦੀਵਾਰ 'ਚ ਹੋਲ ਕਰਦੇ ਸੀਗੇ, ਇਹ ਐਕਸੈਪਸ਼ਨ ਫਾਈਂਡ ਕਰਦੇ ਕਨਸਟੀਟਿਊਸ਼ਨ 'ਚ ਸੰਵਿਧਾਨ 'ਚ ਮੋਰੀ ਕਰ ਰਹੇ ਸੀ, ਸੰਵਿਧਾਨ 'ਚ, ਕਾਨੂੰਨਾਂ 'ਚ, ਸਿਸਟਮ 'ਚ, ਇਹਨਾਂ ਨੇ ਪੂਰੀ ਦੀਵਾਰ ਹੀ ਢਾਤੀ। ये बड़ा प्रयास कर रहे हैं, वो अलग बात है कि अपने आप को रह जाए। लेट मी बी बिट मोर रैशनल, बिट मोर काइंड। मैं कह ਰਿਹਾ ਹੈਲਥ ਸਟੇਟ ਸਬਜੈਕਟ ਹੈ, ਪਰ ਜਿਸ ਤਰੀਕੇ ਨਾਲ ਵੈਕਸੀਨ ਦੀ ਤਿਆਰੀ ਕਰਨੀ ਸੀ, ਉਹਦੀ ਪ੍ਰੋਕਿਉਰਮੈਂਟ ਕਰਨੀ ਹੈ, ਕੰਪਨੀਆਂ ਦੇ ਨਾਲ ਸਹਿਯੋਗ ਹੈ, ਮਲਟੀਪਲ ਸਟੇਕ ਹੋਲਡਰਸ ਨੇ, ਮਲਟੀਪਲ ਸਟੇਟਸ ਵਿੱਚ ਨੇ, ਮਲਟੀਪਲ ਕੰਟਰੀਜ਼ ਵਿੱਚ ਨੇ, ਅਸੀਂ ਇਹ ਬਾਰ-ਬਾਰ ਲੋਕ ਆਰਗਿਊ ਕਰ ਰਹੇ ਨੇ, ਔਰ ਬੜੇ ਸੁਲਝੇ ਹੋਏ ਸੋਬਰ ਲੋਕ ਵੀ, ਕਿ ਸੈਂਟਰ ਸਟੇਟ ਜਿਹੜੇ ਲਾਈਨਸ ਹੈ ਕਿ ਕਿਹੜੀ ਕਨਕਰੈਂਟ ਲਿਸਟ ਹੈ, ਸਟੇਟ ਲਿਸਟ ਹੈ, ਸੈਂਟਰ ਦੀ ਲਿਸਟ ਹੈ, ਇਹ ਇੰਨੀਆਂ ਹਾਰਡ ਐਂਡ ਫਾਸਟ ਨਹੀਂ ਹੋ ਸਕਦੀਆਂ, ਤੇ ਇਹ ਤਵਾਜ਼ਨ ਬੜਾ ਅੱਛਾ ਨਿਭਾਇਆ ਵੀ ਹੈ ਸੈਂਟਰ ਤੇ ਸਟੇਟਸ ਨੇ। ਹੁਣ ਦੇਖੋ ਜਿਹੜੇ ਵੱਡੇ ਚੈਲੰਜਸ ਕੋਵਿਡ ਤੋਂ ਬਾਅਦ ਆਣਗੇ, ਕੋਵਿਡ ਨੇ ਸਾਨੂੰ ਪਹਿਚਾਨ ਕਰ ਦਿੱਤੀ ਕਿ ਇਹ ਵੱਡੇ ਚੈਲੰਜਸ ਹੋਣਗੇ। ਵਾਟਰ ਵੱਡਾ ਚੈਲੰਜ ਹੋਏਗਾ, ਐਗਰੀਕਲਚਰ ਹੋਏਗਾ, ਕਲਾਈਮੇਟ ਚੇਂਜ ਹੋਏਗੀ, ਬਾਇਓਡਾਇਵਰਸਿਟੀ ਹੋਏਗੀ, ਪੋਲਿਊਸ਼ਨ ਹੋਏਗੀ, ਇਹ ਸਾਰੀਆਂ ਚੀਜ਼ਾਂ 'ਚ ਜਾਂ ਤਾਂ ਇਹ स्टेट्स ਦੀ ਲਿਸਟ ਵਿੱਚ है, देखिए, तो या स्टेट्स ਦੇ थ्रू एक्ट करना है। मैं इसको थोड़ा दूसरे ढंग से देखना सारे चाहता कुछ हूं। दोबारा सोचने की नहीं, लोड़ है। आप दूसरे ढंग से देखिए, जब लॉकडाउन लगाया गया तो लॉकडाउन तो कोई ऐसी घटना है नहीं कि आप लगा देते हैं आज अचानक आपको आ गया। इसके लिए कंसल्टेशन होता है विद इन फेडरल स्ट्रक्चर, पैंडेमिक के साथ भी, स्टेट्स के साथ, यहाँ तक कि आपको कंसल्टेशन के जो RTI के थ्रू लोगों ने डॉक्यूमेंट इकट्ठे किए, वो कह रहे हैं ये कोई एक है अच्छा खासा डॉक्यूमेंट उन्होंने तैयार करके बनाया, डॉशियर जैसा बनाया है, कि ज़्यादातर लोगों को कोई पता ही नहीं है, उनसे चर्चा ही नहीं की गई। मेरे कहने का मतलब, तो जब वो सवाल के घेरे में है तो एक साल उस प्रक्रिया को कैसे अप्लाई किया जाएगा, वो भी सवाल के घेरे में तो होगा ना। मेरे कहने का मतलब कि एक साल में सेंटर स्टेट रिलेशन कमजोर नहीं हुआ है, कुछ टेंडेंसीज हैं कंट्रोल करने की, सर्वेलेंस करने की, उन टेंडेंसीज के थ्रू कंट्रोल हुआ है। तो अभी तो आपको पैंडेमिक ने अपॉर्चुनिटी दे दी ना, इट वाज ऑलमोस्ट लाइक अ गोल्ड माइन। ਪੈਂਡੈਮਿਕ ਨੇ ਅਪਰਚੂਨਿਟੀ ਤਾਂ ਦੋਨਾਂ ਧਿਰਾਂ ਨੂੰ ਦਿੱਤੀ ਸੀ। ਪੈਂਡੈਮਿਕ ਨੇ ਅਪਰਚੂਨਿਟੀ ਇਹ ਵੀ ਦਿੱਤੀ ਸੀ ਕਿ ਅਸੀਂ ਆਪਣੇ ਸਾਰੇ ਹੈਲਥ ਸਟਰਕਚਰ ਨੂੰ, ਆਪਣੇ ਲੇਬਰ ਰਿਲੇਸ਼ਨਸ ਨੂੰ, ਪੂੰਜੀ ਤੇ ਲੇਬਰ ਦੇ ਰਿਸ਼ਤਿਆਂ ਨੂੰ, ਫੈਡਰਲਿਜ਼ਮ ਦੇ ਮੁੱਦਿਆਂ ਨੂੰ, ਵਡੇਰੇ ਜਿਹੜੇ ਮਨੁੱਖਤਾ ਦੇ ਸਵਾਲ ਨੇ, ਪਾਣੀ ਦਾ, ਕਲਾਈਮੇਟ ਚੇਂਜ ਦਾ, ਉਹਨਾਂ ਨਾਲ ਨਵੇਂ ਸਿਰੋਂ ਨਵੇਂ ਮਨੁੱਖ ਬਣਾ ਕੇ ਡੀਲ ਕਰੀ। कांग्रेस बीजेपी का फर्क, ये कांग्रेस और बीजेपी का फर्क नहीं है। कांग्रेस का किरदार बीजेपी के किरदार से मिलता जुलता है, बीजेपी ने उसको स्पीड अप किया। मैं सिर्फ इन्ना ही कहना चाह रहा कि ब्रेक लै रहे हैं कि मैं तो सिर्फ ये लभ रहा कि मनुखा ते वायरस भी कोई फर्क है कि असीं इक्को जे मारू हो गए। वी विल टॉक अबाउट दिस आफ्टर दिस ब्रेक। ब्रेक तो बाद फिर स्वागत है। चर्चा कर रहे हैं कोविड तो 1 साल तो बाद कोविड का की हाल है वो तो पता है, साडा तुहाडा की हाल है, इस बारे चर्चा साडे नाल प्रोफैसर लैलन बघेल ने अते अर्जुन शरौन जी ने, वकील अते नागरिक अधिकारां ਦੀਆਂ ਲੜਾਈਆਂ ਦੇ ਵਿੱਚ ਮੂਹਰਲੀਆਂ ਸਫਾਂ 'ਚ ਵਿਚਰਦੇ ਐਕਟਿਵਿਸਟ। ਪ੍ਰੋਫੈਸਰ ਲੈਲਨ ਬਘੇਲ ਜੀ, ਜੇ ਅਸੀਂ ਕਿਸਾਨਾਂ ਦਾ ਅੰਦੋਲਨ ਦੇਖੀਏ ਅੱਜ ਦੀ ਤਰੀਕ ਦੇ ਵਿੱਚ, ਕੋਵਿਡ ਦਾ ਡਰ ਤਾਂ ਘੱਟ ਨਹੀਂ ਸੀ ਜੀ। ਲੋਕਾਂ ਨੇ ਵੇ ਤਾਂ ਕੀਤਾ ਹੋਣਾ ਨਾ एग्जैक्टली कि मैं सरकार नाल मत्था लान जाना, ये मेरी एक फर्ज अदाई का मौका है, तो मैं अपने बच्चों लिए जीना भी है जी, मैं अपने समाज लिए जीना भी है, तो मैं अपनी सेहत का भी ध्यान रखना जी। पीपल वेट टू जी जी बिल्कुल, जेड़ा पलड़ा भारी लग्या लोग उहदे च चले गए जी जी। एज आ समाज पूरे हिंदुस्तान दे, एज आ सोसाइटी, एज ह्यूमन काइंड, जी पूरी दुनिया ने भी तो ये वे किया होना है जी कि या तो असी उस तरीके नाल रह सकते सी जिवें असी कोविड तो पहला रह रहे सी, जी या जो कोविड ने सानू सिखा दिता है जी उस तो असी सबक सीख के रह सकते हैं। क्योंकि हुण सवाल ना थोड़ा बेसिक हो गया, जी ये हैगा कि जिंदा रहांगे कि मर जावांगे। जी जी कुछ भी दुनिया च सुपना लैण लई, कुछ भी करन लई जिउंदे रहना ते है। जी 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 ਜਦੋਂ ਇੰਨਾ ਬੇਸਿਕ ਮੁੱਦਾ ਸਾਹਮਣੇ ਆ ਗਿਆ ਕਿ ਜਿਉਂਦੇ ਰਵਾਂਗੇ ਤੇ ਮਰ ਜਾਵਾਂਗੇ, ਉਸ ਤੋਂ ਬਾਅਦ ਇੱਕ ਲਾਰਜਰ ਪੋਲੀਟੀਕਲ ਸਿਸਟਮ ਗੰਭੀਰ ਨਹੀਂ ਹੋਇਆ। ਪਰ ਬਹੁਤ ਸਾਰੇ ਪੜ੍ਹੇ ਲਿਖੇ ਤਾਂ ਬਹੁਤ ਹੋਣਗੇ, ਬੁੱਧੀਜੀਵੀ ਬਹੁਤ ਹੋਣਗੇ ਸਿੰਘੂ ਟਿਕਰੀ ਗਾਜ਼ੀਪੁਰ ਬਾਰਡਰ ਦੇ ਉੱਤੇ, ਪਰ ਅਨਪੜ੍ਹ ਅੱਧਪੜ੍ਹ ਕਿਸਾਨ ਨੇ ਉਹ ਸਿਆਣਪ ਦਾ ਮੁਜੱਸਮਾ ਦਿਖਾਇਆ ਕਿ ਉਹ ਖੜਾ ਹੋਇਆ ਉੱਥੇ ਤੇ ਉਹਨੂੰ ਪਤਾ ਹੈ ਦੋਨਾਂ ਵਿੱਚੋਂ ਕਿਹੜਾ ਪਲੜਾ ਮੈਨੂੰ ਜ਼ਿਆਦਾ ਬੁਲਾ ਰਿਹਾ। जी, जब जिंदगी पे आ जाए कि जिंदगी का आधार खत्म कर दिया इन्होंने, खेती
मतलब हिंदुस्तान की अगर एग्रीकल्चर की पूरी टोपोग्राफी को देखें तो खेती सबसे बड़ा आधार है जिस पे जीवन आधारित है। तो जब उसको आपने खत्म करने का अपने तरीके से सोचने का मुद्दा बना दिया तो किसान को लगा कि कोविड मुझे ले जाएगा कि नहीं ले जाएगा वो बाद में देखूंगा, अभी तो जीने का मसला हो गया। पर ਹੁਣ ਬਹੁਤ ਕੁਝ ਹੋਰ ਲਈ ਖੜੇ ਹੋਏ ਨੇ, ਹੁਣ ਤਾਂ ਬੇਇਨਸਾਫੀ ਦੇ ਅਗੇਂस्ट ਖੜੇ ਹੋਏ ਨੇ, ਹੁਣ ਧੱਕੇ ਦੇ ਅਗੇਂस्ट ਖੜੇ ਹੋਏ ਨੇ। जब आप किसे सोच ली खड़े जब हुए आप खड़े होते हो तो आपको जज्बा चाहिए होता है और जज्बा के बाद फिर सारे मुद्दे आते हैं। तो किसान आंदोलन ने वो ताकत भरी है हिंदुस्तान की डेमोक्रेसी में। हिंदुस्तान का जो जन आंदोलन जन सैलाब के रूप में उभरा है वो ताकत दी है कि तुम भी खड़े हो जाओ। अगर आज नहीं खड़े हुए तो जो हमारा हाल हो रहा है वो कल आपका भी हाल होगा। किसी दिन सीरियस एकेडमिक स्टडीज होणगीਆਂ ਕਿ ਕੋਵਿਡ ਜਿਸਨੇ ਡਰਾਣਾ ਸੀ ਉਸਨੇ ਨਿਡਰ ਕਰ ਦਿੱਤਾ ਹੈ ਇੱਕ ਵੱਡੇ ਸੈਕਸ਼ਨ ਨੂੰ ਜਿਹੜਾ ਉੱਥੇ ਅੰਦੋਲਨ ਦੇ ਵਿੱਚ ਹੈ ਤੇ ਭੁਗਤ ਰਿਹਾ। ਉਹ ਕੋਵਿਡ ਵੀ ਭੁਗਤ ਰਿਹਾ ਹੋਵੇਗਾ, ਕੌਣ ਕਹਿ ਰਿਹਾ? ਮੈਂ ਤਾਂ ਨਹੀਂ ਕਹਿ ਰਿਹਾ ਕਿ ਉੱਥੇ ਕੋਵਿਡ ਨਹੀਂ ਹੋਵੇਗਾ, ਕਿਉਂ ਨਹੀਂ ਹੋਗਾ, ਹੋਵੇਗਾ। ਤੇ ਉਹਨੂੰ ਪਤਾ ਹੈ ਕਿ ਇਹ ਜਿਹੜਾ ਇਹ ਦੁਸ਼ਮਣ ਹੈ ਇਹ ਤਾਂ ਹਵਾ ਵਿੱਚ ਮੇਰੇ ਬਿਲਕੁਲ ਮੇਰੇ ਸਾਹ ਵਿੱਚ ਹੈ, ਬਿਲਕੁਲ। ਫਿਰ ਵੀ ਉਹ ਇੱਕ ਹੋਰ ਦੇ ਨਾਲ ਲੜਨ ਲਈ ਤਿਆਰ ਹੈ। ਐਸਪੀ ਜੀ ਕੋਵਿਡ ਦਾ ਉਹਨਾਂ ਤੇ ਉਹ ਅਸਰ ਹੋਇਆ ਨਹੀਂ। ਦੇਖੋ ਡਰ ਦੀ ਜੈਸੇ ਮੇਰੇ ਵਰਗਾ ਐਂਕਰ ਕਹਿੰਦਾ ਕੁਝ ਦਿਨ ਪ੍ਰੋਗਰਾਮ ਨਾ ਹੀ ਕਰੀਏ, ਕੁਝ ਹਫ਼ਤੇ ਆਪਾਂ ਝੁੱਟੀ ਮਾਰ ਜਾਈਏ, ਕੁੱਤੀ ਮਾਰ ਜਾਈਏ, ਡਰ ਬੜਾ ਹੈਗਾ, ਤੁਸੀਂ ਬਾਹਰ ਨਹੀਂ ਨਿਕਲ ਰਹੇ। नहीं देखो आपके पास चॉइस है लेकिन उनके पास चॉइसलेसनेस की सिचुएशन है। यू हैव टू टेल योरसेल्फ कि मैं एक चॉइस नहीं लूंगा। चॉइस तो है, चॉइस तो हर कोई है, चॉइस है कि या डर जाओ, सहम जाओ, अंदर हो जाओ, सरकार का भी डर है, गिरफ्तारी हो सकती है, कुछ हो सकता है, सोच लिया तो या ना डरो कि वैसे भी तो हम खत्म हो जाएंगे, तो आज हम खड़े नहीं हुए लेकिन दूसरों को भरोसा दे रहे हैं कि आप भी खड़े हो, आपकी भी टर्न है। व्हाट चेंजेस फॉर दैट? किस चीज़ ने उन्होंने इन्ना बदल दिता है? मतलब इन्नी वड्डी मनुखता और बड़ा लंबा अंदोलन है, कोई 4 दिन का जज्बा नहीं है कि जोश जोश चले गए आगे एक दिन लाठी खा के आगे, इस तरह का नहीं है। नहीं मेरे साथ लॉन्ग टर्न आउट थी। मेरे साथ ਨਾਲ ਦੋ ਚੀਜ਼ਾਂ ਨੇ। ਇੱਕ ਡਰ ਦੀ ਇੱਕ ਸੀਮਾ ਹੁੰਦੀ ਹੈ। ਤੁਸੀਂ ਇੱਕ ਬੰਦੇ ਨੂੰ ਜਾਂ ਇੱਕ ਦੇਸ਼ ਨੂੰ ਇੰਨਾ ਹੀ ਡਰਾ ਸਕਦੇ ਹੋ ਜਾਂ ਇੱਕ ਕਮਿਊਨਿਟੀ ਉਹਦੇ ਬਾਅਦ ਵਿਦਰੋਹ ਹੋ ਸਕਦਾ, ਉਹਦੇ ਬਾਅਦ ਵਿਦਰੋਹ ਹੋ ਜਾਂਦਾ ਜਿਵੇਂ ਇੱਥੇ ਹੋਇਆ, ਨੰਬਰ 1। ਦੂਸਰਾ ਕਿਸਾਨ ਅੰਦੋਲਨ ਦੀ ਅੱਛੀ ਗੱਲ ਇਹ ਹੈ ਕਿ ਇੱਕ ਆਰਗੇਨਾਈਜੇਸ਼ਨ ਰਹੀ ਹੈ। ਲੋਕਾਂ ਨੇ ਪਹਿਲਾਂ ਵੀ ਕਾਫੀ ਪਿਛਲੇ 50 ਸਾਲਾਂ ਤੋਂ ਅਲੱਗ-ਅਲੱਗ ਸਰਕਾਰਾਂ ਦੇ ਵਿੱਚ ਜ਼ਮੀਨ ਤੇ ਕੰਮ ਕੀਤਾ, ਕੰਮ ਵੀ ਕੀਤਾ ਹੈ, ਪ੍ਰੋਟੈਸਟ ਵੀ ਹੋਏ ਨੇ ਔਰ ਭयंकर ਪ੍ਰੋਟੈਸਟ ਹੋਏ ਨੇ ਤੇ ਇਹਨਾਂ ਨੂੰ ਇੱਕ ਤਰ੍ਹਾਂ ਦਾ ਐਕਸਪੀਰੀਅੰਸ ਵੀ ਸੀ। ਤੁਸੀਂ ਦੇਖਦੇ ਹੋ ਜਦੋਂ ਲੇਬਰ ਕੋਡ ਆਂਦਾ ਹੈ, ਸਾਡੀ ਇੰਨੀ ਆਰਗੇਨਾਈਜ਼ਡ ਲੇਬਰ ਯੂਨੀਅਨਸ ਨੇ ਪਰ ਉਹ ਸਿਰਫ 10% ਵਰਕ ਫੋਰਸ ਹੈ, ਪਰ ਉਹ ਵੀ ਇਸ ਤਰ੍ਹਾਂ ਨਹੀਂ ਜ਼ਮੀਨ ਤੇ ਨਹੀਂ ਆ ਪਾਈ, ਲੜਾਈ ਨਹੀਂ ਕਰ ਪਾਈ, ਉਹ ਲੜਾਈ ਵੀ ਨਹੀਂ ਕਰ ਪਾਈ, ਉਹ ਪਾਰਲੀਮੈਂਟ ਨੂੰ ਘੇਰ ਨਹੀਂ ਪਾਈ। ਉਸ ਤਰ੍ਹਾਂ ਦਾ ਉਹ ਸ਼ਾਇਦ ਡਰ ਅਜੇ ਵੀ ਸੀ, ਪਰ ਜਿਸ ਤਰ੍ਹਾਂ ਦੇ ਡਰ ਦੇ ਉੱਤੇ ਜੀਤ ਇਹਨਾਂ ਨੇ ਹਾਸਿਲ ਕੀਤੀ ਹੈ ਅਨਪੈਰਲਡ ਹੈ ਮੈਨੂੰ ਲੱਗਦਾ। और ये इसका इवैल्यूएशन होगा इतिहास में जब हम पढ़ेंगे तो एक साल में पर्टिकुलरली पिछले 3-4 महीनों में जिस आंदोलन ने जितनी ऊर्जा भरी है, जितनी एनर्जी भरी है हिंदुस्तान की डेमोक्रेसी को, जो डरी सहमी हुई अकेले चुपचाप खड़ी थी, कभी कोविड से डरी हुई थी। ਆਪਾਂ ਹੀ ਕੋਵਿਡ ਦਾ ਸਾਲ ਯਾਦ ਕਰ ਰਹੇ ਹਾਂ ਕਿ ਸਾਲ ਕਿੱਦਾਂ ਬੀਤਿਆ। ਇਹ ਬਹੁਤ ਸਾਰੇ ਲੋਕਾਂ ਨੂੰ, ਬਿਲਕੁਲ ਸਾਤੋਂ ਸਿਆਣਿਆਂ ਨੂੰ ਅੰਦੋਲਨ ਦਾ ਸਾਲ ਵਜੋਂ ਯਾਦ ਰਹੇਗਾ। ਐਗਜ਼ੈਕਟਲੀ ਅਸੀਂ ਇਹ ਅੰਦੋਲਨ ਦਾ ਸਮਾਂ ਕਿਵੇਂ ਬਿਤਾਇਆ। ਟੈਲ ਮੀ ਵਨ ਥਿੰਗ। ਨਹੀਂ ਮੈਂ ਇੱਕ ਤੁਹਾਨੂੰ ਹਿਸਟੋਰੀਕਲ ਦੇ ਦਿੰਦਾ। ਮੋਸਟਲੀ ਲੋਕਾਂ ਨੂੰ 1919 ਦਾ 1919 ਦਾ ਸਪੈਨਿਸ਼ ਫਲੂ ਇਨਫਲੂਐਂਜ਼ਾ ਦੀ ਗੱਲ ਨਹੀਂ ਹੁੰਦੀ, ਬਟ ਸਾਡੇ ਉੱਥੇ ਜਲਿਆਂਵਾਲਾ ਬਾਗ ਤੇ ਉਹਦੇ ਬਾਅਦ ਦੀ ਜਿੰਨੀ ਪ੍ਰੋਟੈਸਟ ਹੋਈ ਸੀ ਤੇ ਚੋਰੀ ਆਲ ਦਾ ਵੇ ਅਗਲੇ 3 ਸਾਲਾਂ ਦੀ ਜਿੰਨੀ ਪ੍ਰੋਟੈਸਟ ਉਹ ਹਿਸਟਰੀ 'ਚ ਆਉਂਦੀ ਹੈ ਤੇ 100 ਸਾਲਾਂ ਬਾਅਦ ਕੀ ਯਾਦ ਰੱਖਿਆ ਜਾਏਗਾ ਇਹ ਸੋਚੋ। ਤੁਸੀਂ ਇੱਕ ਗੱਲ ਕੀਤੀ ਸੀ ਕਿ ਕੋਵਿਡ ਨੂੰ ਸਰਕਾਰਾਂ ਇਸ ਤਰੀਕੇ ਨਾਲ ਯੂਜ਼ ਕਰਦੀਆਂ, ਤੁਸੀਂ ਸ਼ੌਕ ਡਾਕਟਰਾਈਨ ਦੀ ਗੱਲ ਕੀਤੀ, ਇਕਨੋਮਿਕ ਲੈਣ ਦੀ। ਮੈਨੂੰ ਇਹ ਦੱਸੋ, ਰਾਈਟ ਵਿੰਗ ਫੋਰਸਿਸ ਪੂਰੀ ਦੁਨੀਆ ਦੇ ਵਿੱਚ ਦੇ ਸੀਮ ਟੂ ਬੀ ਔਨ ਐਨ ਅਸੈਂਡੈਂਸ। ਤੁਸੀਂ ਅਮਰੀਕਾ 'ਚ ਦੇਖ ਲਓ, ਤੁਸੀਂ ਇੰਗਲੈਂਡ 'ਚ ਦੇਖ ਲਓ, ਕਾਰਬਨ ਇਜ਼ ਅੰਡਰ ਅਟੈਕ, ਸੀਰੀਅਸ ਅਟੈਕ ਵਿਦ ਇਨ ਦਾ ਲੇਬਰ ਪਾਰਟੀ ਦੀ। ਤੁਸੀਂ ਜਰਮਨੀ 'ਚ ਦੇਖ ਲਓ, ਮਤਲਬ ਐਂਜਲਾ ਮਰਕਲ ਜਿੰਨੀ ਮਰਜ਼ੀ ਲਿਬਰਲ ਹੋਵੇ, ਲੁੱਕ ਐਟ ਦਾ ਕਾਈਂਡ ਆਫ ਫੋਰਸਿਸ ਜਿਨ੍ਹਾਂ ਨੂੰ ਉੱਥੇ ਜ਼ਿਆਦਾ ਬਲ ਮਿਲ ਰਿਹਾ। ਫਰਾਂਸ 'ਚ ਦੇਖ ਲਓ ਕੀ ਸਟਾਂਸ ਹੈ ਹੁਣ ਮੈਕਰੋਨ ਦਾ। ਮਤਲਬ ਮੈਂ ਅਜੇ ਸਪੇਨ ਇਟਲੀ ਦੀ ਗੱਲ ਨਹੀਂ ਕਰ ਰਿਹਾ, ਥੋੜ੍ਹਾ ਜਿਹਾ ਕੰਪਲੈਕਸ ਹੈ। ਤੁਸੀਂ ਮੈਨੂੰ ਦੱਸੋ ਵੀ ਸਾਰੀ ਜਨਤਾ ਤਾਂ ਕਹਿ ਰਹੀ ਹੈ ਵੀ ਚਾਈਨਾ ਮਾਡਲ ਜਿਹੜਾ ਉਹ ਸਕਸੈਸਫੁਲ ਹੈ, ਆਹਿਸਤਾ ਆਹਿਸਤਾ ਅਸੀਂ ਸਭ ਚਾਈਨਾ ਮਾਡਲ ਵੱਲ ਨੂੰ ਹੀ ਜਾ ਰਹੇ ਹਾਂ ਕਿ ਤੁਸੀਂ ਨਾਲੇ ਤੇ ਧੱਕੇ ਨਾਲ ਕੰਟਰੋਲ ਕਰ ਲਓ ਸਾਰੇ ਕੁਝ ਨੂੰ, ਉਹਦੇ ਨਾਲ ਵੈਕਸੀਨ ਵੀ, ਉਹਦੇ ਨਾਲ ਉਹ ਪੈਂਡੈਮਿਕ ਵੀ ਕੰਟਰੋਲ ਹੋ ਜਾਂਦਾ ਹੈ ਤੇ ਤੁਹਾਡੀਆਂ ਖਬਰਾਂ ਵੀ ਕੰਟਰੋਲ ਹੋ ਜਾਂਦੀਆਂ ਨੇ, ਅੰਦੋਲਨ ਵੀ ਕੰट्रोल हो जाते हैं, तो वैक्सीन भी छेती बनता। तो दो तरीके से इस नजरिए को आप देख सकते हैं। कुछ दिन पहले एक शब्द बरता गया है स्वीडन में जिसको कहा जाता है इलेक्टोरल ऑटोक्रेसी। तो अगर उस शब्द के इतिहास में जाए कि चुनाव तो आप जीत सकते हैं,
चुनाव वैसे अभी डेमोक्रेसी, हाइब्रिड डेमोक्रेसी, फिर इलेक्टोरल इलेक्टोरल डेमोक्रेसी हो जाएगी डेमोक्रेसी, बस। फिर आहिस्ता आहिस्ता बन पार्टिसिपेटिव डेमोक्रेसी का जो सपना था, डेलिबरेटिव डेमोक्रेसी का जो सपना था, वो तो खत्म हो गया ना। आहिस्ता आहिस्ता तो अब दबी चुनाव जब आप जीत जाते हैं तो ये नहीं भूलते कि आप चुनाव जीते हैं। जनता का दिल जीतने के लिए जन आंदोलन की जरूरत होती है। तो अर्जुन जो बता रहे थे उस थ्रेड की तरफ मैं जाना चाहूंगा। 1818 से लेकर के 1918 से लेकर के अगर वो 10 साल हिंदुस्तान के देखे जाएं, और उस समय गया नहीं था, उस 10 साल में हिंदुस्तान में कितने जन आंदोलन हुए थे। गांधी को देख लीजिए, गांधी भी सैनिटाइजेशन की बात कर रहे हैं। गांधी जी बिहार में जा करके खेती के आंदोलन में जा रहे हैं, साथ में वो सैनिटाइजेशन की बात कर रहे हैं। लेकिन वो गांधी का सैनिटाइजेशन ये सैनिटाइजेशन नहीं है जो सैनिटाइजर के थ्रू हो रहा है। तो मैं इस तरह भी सोच रहा ना, देखो भी ਪਰਸਨ ਤਾਂ ਇਹ ਸੋਚਦਾ ਹੈ ਕਿ ਜੇ ਕੋਵਿਡ ਨਾਲ ਇਹਨਾਂ ਸਾਰੇ ਦੇਸ਼ਾਂ ਵਿੱਚ ਇਹ ਹਾਲ ਹੋ ਗਿਆ, ਨੋਬਡੀ ਹੈਜ਼ ਦਾ ਕਾਈਂਡ ਆਫ ਮਨੀ ਦੈਟ ਯੂਐਸ ਕੈਨ ਮੈਨੇਜ, ਹੈ ਨਾ। ਉਹ ਤਾਂ ਜੇ ਬਾਈ ਪਾਰਟੀਜ਼ਨਸ਼ਿਪ ਉੱਥੇ ਜ਼ਿਆਦਾ ਹੁੰਦੀ ਤੇ ਇਟ ਮਾਈਟ ਬੀ 3 ਟ੍ਰਿਲੀਅਨ ਬਿੱਲ ਆਲਸੋ, ਜਿਹੜਾ ਬਾਈਡਨ ਨੇ ਪਾਸ ਕਰ ਦਿੱਤਾ ਹੁਣ 2 ਟ੍ਰਿਲੀਅਨ ਦੇ ਨੇੜੇ ਤੇੜੇ। ਤੁਸੀਂ ਮੈਨੂੰ ਦੱਸੋ ਵੀ ਜੇ ਇੱਕ ਤਾਂ ਇਨਕਰੀਜ਼ਿੰਗ ਅਰਬਨਾਈਜੇਸ਼ਨ ਹੋ ਰਹੀ ਹੈ ਦੁਨੀਆ ਦੇ ਵਿੱਚ, ਇੱਕ ਵਰਕਿੰਗ ਕਲਾਸ ਐਕਸਪੈਂਡ ਹੋ ਰਹੀ ਹੈ, ਤੇ ਇਹ ਗੱਲ ਕਲੀਅਰ ਹੈ ਕੋਵਿਡ ਨੇ ਕਰ ਦਿੱਤੀ ਹੈ ਕਿ ਭਾਈ ਕੈਪੀਟਲਿਜ਼ਮ ਦੇ ਵਿੱਚ ਇੰਨੀਆਂ ਕਪੈਸਿਟੀਜ਼ ਨਹੀਂ ਹੈਗੀਆਂ ਕਿ ਉਹ ਇਹਨਾਂ ਸਾਰਿਆਂ ਲਈ ਡੀਸੈਂਟ ਜੌਬਸ, ਇਹਨਾਂ ਸਾਰਿਆਂ ਲਈ ਇਨਫਰਾਸਟ੍ਰਕਚਰ, ਇਹਨਾਂ ਸਾਰਿਆਂ ਲਈ ਹੈਲਥ, ਇੱਕ ਅੱਛੇ ਲਿਵਿੰਗ ਸਟੈਂਡਰਡਸ ਡਿਲੀਵਰ ਕਰ ਸਕੇ। ਕੋਵਿਡ ਨੇ ਕੰट्रोल करने दे तरीके सरकारों ने दस देते हैं, वैक्सीन नेशनलिज्म हो जाएगा, आहिस्ता आहिस्ता पैंडेमिक नेशनलिज्म हो जाएगा। क्रोनी कैपिटलिज्म था, अब ये मोनोपोलिस्टिक कैपिटलिज्म हो गया है। 4 घर 4 परिवार संभाल रहे हैं पूरे कैपिटलिज्म को। पहले कैपिटलिज्म से आप थोड़ी बहुत नुमाइंदगी में आपस में बंदर बांट होता था तो कुछ भला भी हो जाता था, अब वो भला खत्म हो गया। आस्था ना रखिए, मतलब ਤੁਸੀਂ ਜਦੋਂ ਬਹੁਤ ਯੰਗ ਹੋਵੋਗੇ ਤਾਂ ਰੀਗਨ ਥੈਚਰਾਈਟ ਇਅਰਸ ਹੋਣਗੇ। ਐਗਜ਼ੈਕਟਲੀ, ਉਸको भी क्रिटिकल लेंस से देखा जाता था। ਅਸੀਂ ਜਦੋਂ ਯੰਗ ਸੀਗੇ ਤੇ ਕਲਿੰਟਨ, ਜਾਰਜ ਬੁਸ਼, ਟੋਨੀ ਬਲੇਅਰ ਤੇ ਮਤਲਬ ਮੈਂ ਕਿੱਥੋਂ ਤੱਕ ਆਪਣੀ ਜਵਾਨੀ ਗਿਣ ਲਵਾਂ, ਡੇਵਿਡ ਕੈਮਰਨ ਤੱਕ ਇਹ ਸੀਗੇ। ਤੇ ਹੁਣ ਤੁਸੀਂ ਦੇਖੋ ਟਰੰਪ ਦੇ ਸਕਸੈਸਰ ਕੌਣ ਕੌਣ ਆਣਗੇ ਪਤਾ ਨਹੀਂ। ਹੁਣ ਮੈਂ ਪੰਜਾਬੀ ਚ ਗੱਲ ਹੀ ਕਰਨਾ ਚਾਹੁੰਦਾ, ਉਹ ਨਿੱਕੀ ਹੈਲੇ ਤੇ ਟੌਮ ਕਾਟਨ ਤੇ ਇਹ ਸਾਰੇ ਬੰਦੇ ਆਣਗੇ, ਟੈਡ ਕਰੂਜ਼। ਇਹ ਇੰਪੋਰਟੈਂਟ ਗੱਲ ਹੈ, ਤੁਸੀਂ ਟਰੰਪ ਦੀ ਗੱਲ ਕਰ ਰਹੇ ਹੋ। ਟਰੰਪ ਹਾਰਾ ਬੜੀ ਮੁਸ਼ਕਿਲ ਹਾਰਿਆ, ਬੜੀ ਮੁਸ਼ਕਿਲ ਹਾਰਿਆ, ਔਰ ਫਿਰ ਵੀ ਹਾਰਾ, ਕਲੋਜ਼ ਇਲੈਕਸ਼ਨ ਪਰ ਹਾਰਾ। ਤੇ ਇਹ ਮਿਸਮੈਨੇਜਮੈਂਟ ਕਾਰਨ ਹਾਰਾ। ਮੈਨੂੰ ਲੱਗਦਾ ਹੈ ਕਿ ਸ਼ਾਇਦ ਇੱਕ ਹੋਪ ਦੀ ਕਿਰਨ ਇਹ ਜ਼ਰੂਰ ਹੈ ਇੱਕ ਕਿ ਕਿਸੇ ਦਿਨ ਹਰ ਦੇਸ਼ 'ਚ ਜੇ ਕ੍ਰਿਟੀਕਲ ਟਾਈਮ 'ਚ ਇਲੈਕਸ਼ਨ ਹੋਣ ਤੇ ਜਿਹੜੀ ਬਾਕੀ ਫੋਰਸਸ ਨੇ ਉਹ ਚਾਹੇ ਉਹ ਹੈਲਥ ਕੇਅਰ ਸੈਕਟਰ ਦੀ ਬਾਕੀ ਜਿਹੜੀ ਇਸ਼ੂਜ਼ ਨੇ ਉਹਨੂੰ ਰੇਜ਼ ਕਰ ਪਾਏ ਤੇ ਜਿੱਤਾ ਜਾ ਸਕਦਾ। आवाज उठाएं लोग तो अभी भी ट्रंप जैसा हटाया जा सकता है। सर 5000 ਡੈਥਸ ਰੂਟੀਨ ਟੋਲ ਹੈ ਟਿਊਬਰਕਲੋਸਿਸ ਤੋਂ ਜੀ। ਇਹ ਤਾਂ ਕੋਵਿਡ ਵਰਗੀ ਹੈ। ਕੋਵਿਡ ਦੇ ਦੌਰਾਨ ਤਾਂ ਬਹੁਤ ਗੱਲ ਹੋਣੀ ਚਾਹੀਦੀ ਸੀ ਕਿ ਭਾਈ ਲੰਗਸ ਨੂੰ ਹੀ ਪੈਂਦੀ ਹੈ, ਟਿਊਬਰਕਲੋਸਿਸ ਆ, ਸਾਡੇ ਕੰਟਰੀ 'ਚ ਇੰਨੇ ਬੰਦੇ ਮਰਦੇ ਨੇ ਇਹਦੇ ਨਾਲ। ਜੇ ਲੇਟੈਂਟਲੀ ਇਨਫੈਕਟਡ ਨੂੰ ਗਿਣ ਲਈਏ ਨਾ, ਕਿਉਂਕਿ ਅਸੀਂ ਕਹਿੰਦੇ ਟੀਬੀ ਪਤਾ ਨਹੀਂ ਕਿਹਨੂੰ ਹੈ, ਜੇ ਲੇਟੈਂਟਲੀ ਇਨਫੈਕਟਡ ਨੂੰ ਗਿਣ ਲਈਏ ਤਾਂ 40% ਇੰਡੀਅਨਸ ਨੂੰ ਟੀਬੀ ਹੈ। ਜੇ 40% ਇੰਡੀਅਨਸ ਨੂੰ ਟੀਬੀ ਹੈ ਤਾਂ ਫਿਰ ਮੈਂ ਪੜ੍ਹ ਰਿਹਾ ਸੀਗਾ ਕਿ 100 ਸਾਲ ਪੁਰਾਣੀ ਬਿਮਾਰੀ ਲਈ ਸਾਡੇ ਕੋਲ ਇੱਕੋ ਹੀ ਟੀਕਾ ਹੈ ਤੇ ਉਹਦੇ ਲਈ ਹੋਰ ਰਿਸਰਚ ਲਈ ਬਹੁਤਾ ਪੈਸਾ ਨਹੀਂ ਹੈਗਾ। ਤੇ ਜੇ ਉਹਨੂੰ ਕੋਵਿਡ ਵਾਂਗ ਟ੍ਰੀਟ ਕੀਤਾ ਜਾਵੇ ਤਾਂ ਪਤਾ ਨਹੀਂ ਟੀਬੀ ਦੁਨੀਆ 'ਚ ਰਵੇ ਜਾਂ ਨਾ ਰਵੇ। ਕੋਵਿਡ ਲਈ ਆਪਾਂ 175 ਵੈਕਸੀਨਸ ਪ੍ਰੀ ਟਰਾਇਲ ਸਟੇਜਸ ਵਿੱਚ ਹੈਗੇ ਨੇ। ਫੇਜ਼ 3 ਟਰਾਇਲ ਦੇ ਵਿੱਚ 70 ਵੈਕਸੀਨਸ ਨੇ ਇਸ ਵੇਲੇ। ਆਪਾਂ ਸਾਰੇ ਕੋਵਿਡ ਵੈਕਸੀਨ ਦੀ ਗੱਲ ਕਰ ਰਹੇ ਹਾਂ, ਮਤਲਬ ਸੀਰੀਅਸ ਤਾਂ ਅਸੀਂ ਕੋਵਿਡ ਬਾਰੇ ਵੈਕਸੀਨ ਬਾਰੇ ਅਚਾਨਕ ਸੀਰੀਅਸ ਹੋ ਗਏ, ਹੁਣ ਬਾਕੀ ਦੀਆਂ ਸਾਰੀਆਂ ਬਿਮਾਰੀਆਂ ਭੁੱਲ ਗਏ, ਹੁਣ ਤਾਂ ਟੀਬੀ ਤੱਕ ਭੁੱਲ ਗਏ। ਨਹੀਂ, ਉਹਦਾ ਕਾਰਨ ਸੀ ਨਾ ਅਮੀਰਾਂ ਨੂੰ ਵੀ ਹੋ ਰਹੀ ਸੀ, ਕਿਉਂਕਿ ਟੀਵੀ ਅਮੀਰਾਂ ਨੂੰ ਨਹੀਂ ਹੁੰਦਾ। ਹੁਣ ਟੀਬੀ ਅਮੀਰਾਂ ਨੂੰ ਹੁਣ ਨਹੀਂ ਹੁੰਦਾ। ਇੱਕ ਸਾਡੀ ਹੈਲਥ ਪ੍ਰਾਇੋਰਟੀਜ਼, ਮਲੇਰੀਆ ਨਹੀਂ ਹੁੰਦਾ ਅਮੀਰਾਂ ਨੂੰ। ਵਾਓ, देखिए वेरी क्लियर चीज है, साडी प्रायोरिटी ਉੱਥੇ ਹੀ जो आती ये है। सारा कॉन्सेप्ट है जी, कॉन्ट्रैक्ट ट्रेसिंग, जितने भी टर्मिनोलॉजी, इस टर्मिनोलॉजी को आप कॉलोनियल टाइम में देखिए जी, गांधी जी का सिप जाता है, उनको रहना पड़ता है एक लंबे समय तक, फिर जाके वो एंट्री पाते हैं, वो सारे टेस्ट होते हैं, तो वो सब वापस मारू जाता है। हमारे से इतने लोग गए, वो सब उसी का वक्त है। दिस इज इंटरेस्टिंग। जैकोबिन मैगजीन जो मैं पढ़ रहा ਸੀ, ਤੁਹਾਡਾ ਵੀ ਫੇਵरेट है। ਫਿਨਲੈਂਡ ਨੇ ਵੈਕਸੀਨ ਬਣਾਇਆ, ਪੁਰਾਣੀ ਗੱਲ ਹੋ ਗਈ ਹੈ, ਇੰਨੀ ਦੇਰ 'ਚ ਕੁਝ ਬੱਚੇ ਦੁਨੀਆ 'ਚ ਆ ਗਏ ਨੇ। 9 ਮਹੀਨੇ ਪਹਿਲਾਂ ਫਿਨਲੈਂਡ ਵਾਜ਼ ਰੈਡੀ ਵਿਦ ਅ ਵੈਕਸੀਨ, ਰਾਈਟ। ਤੇ ਉਹ ਵੈਕਸੀਨ ਮਈ 2020 ਦੇ ਵਿੱਚ ਉਹ ਤਿਆਰ ਸੀਗੇ ਫੇਜ਼ ਟਰਾਇਲਸ ਲਈ, 3rd ਫੇਜ਼ ਟਰਾਇਲਸ ਲਈ, ਤੇ ਉਹਨਾਂ ਨੂੰ ਪੈਸਾ ਚਾਹੀਦਾ ਸੀ ਤੇ ਉਹ ਵਿਦਆਊਟ ਪੇਟੈਂਟ ਵੈਕਸੀਨ ਸੀ। ਜੇ ਉਹਦੇ ਲਈ ਮਦਦ ਮਿਲਦੀ, ਪੈਸਾ ਮਿਲਦਾ ਉਸ ਵੇਲੇ, ਮਿਲੀਅਨਸ ਚਾਹੀਦੇ ਸੀ ਉਹਨਾਂ ਨੂੰ,
ਤਾਂ ਪੂਰੀ ਦੁਨੀਆ ਵਿੱਚ ਇਹ ਫ੍ਰੀ ਟੀਕਾ ਅਵੇਲੇਬਲ ਹੋਣਾ ਸੀ। ਪਾਕਿਸਤਾਨ ਦੇ ਵਿੱਚ ਇਹ 4000 8000 ਰੁਪਏ ਤੇ ਚਾਈਨੀਜ਼ ਉਹ ਲਗਾ ਰਹੇ ਨੇ ਟੀਕਾ, ਜਿਹੜਾ ਇਮਰਾਨ ਖਾਨ ਨਰੀ ਲਵਾ ਰਹੇ ਨੇ, ਤੇ ਉਹਨਾਂ ਕੋਲ ਹੈ ਨਹੀਂ ਗੇ ਟੀਕੇ। ਪੂਰੀ ਦੁਨੀਆ 'ਚ ਬਹੁਤ ਸਾਰੇ ਨੇਸ਼ਨਸ ਨੇ ਜਿਹੜੇ ਤਰਸ ਰਹੇ ਨੇ। ਅਸੀਂ ਤਾਂ ਕਿੰਗ ਹਾਂ ਟੀਕਿਆਂ ਦੇ ਵਿੱਚ, ਅਸੀਂ ਤਾਂ, ਸਾਡਾ ਤਾਂ ਫਾਰਮਾਸਿਊਟੀਕਲ ਸੈਕਟਰ ਮਹਾਨ ਹੈ। ਤੇ ਤੁਸੀਂ ਇਹ ਦੱਸੋ ਕਿ ਜੇ ਬਿਨਾਂ ਕਿਸੇ ਪੇਟੈਂਟ ਤੋਂ ਇੱਕ ਟੀਕਾ ਬਣ ਸਕਦਾ ਸੀ ਤੇ ਬਿਗ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਵੱਡੀਆਂ ਦਵਾਈਆਂ ਦੀਆਂ ਕੰਪਨੀਆਂ ਨੇ, ਉਹਨਾਂ ਨੇ ਉਹ ਚਾਲ ਨਹੀਂ ਚੱਲਣ ਦਿੱਤੀ क्योंकि एक बड़ा प्रॉफिट इन्वॉल्व थी। इसी को कहते कोविड ने बदलिया भाई, इसीलिए कहते हैं कोविड कैसे अपॉर्चुनिटी है, कैसे मौका है इन बिग फार्मास को, बड़ी बड़ी कंपनियों को दोबारा से लोगों को खत्म करने का। तो आप केवल जान तक सीमित मत रहिए, बीमारी तक सीमित मत रहिए, ये बहुत बड़ी बीमारी है। नहीं, ये जेब में भी हाथ डाल रहे हैं। हाँ। ये जेब च दूजी गल सानू याद रखना चाहिए कि पोलियो ਮੁਫਤ ਦੀ ਵੈਕਸੀਨ ਨਾਲ ਖਤਮ ਕੀਤਾ ਗਿਆ ਸੀ, ਤੇ ਜਿਹਨੇ ਪੋਲੀਓ ਦੀ ਵੈਕਸੀਨ ਬਣਾਈ ਸੀ ਉਹਨੇ ਫ੍ਰੀ ਚ ਦਿੱਤੀ ਸੀ। ਤੇ ਅੱਜ ਕੱਲ ਜਿਹੜੇ ਜਿੰਨੇ ਲੋਕੀ ਇਹ ਕਹਿ ਰਹੇ ਨੇ ਕਿ 250 ਰੁਪਏ ਜਿਹੜਾ ਵੈਕਸੀਨ ਦਾ ਲੈ ਰਹੇ ਹੋ, ਇਹ ਵੀ ਬਹੁਤ ਘੱਟ ਹੈ, ਸਾਨੂੰ ਹੋਰ ਪ੍ਰੋਫਿਟ ਕਮਾਉਣ। ਨਹੀਂ ਉਹਦਾ ਪਾਕਿਸਤਾਨ ਦੇ ਵਿੱਚ 40% ਪ੍ਰੋਫਿਟ ਮਾਰਜਨ ਨੂੰ ਵੀ ਘੱਟ ਦੱਸ ਰਹੇ ਨੇ। ਜਦੋਂ ਬਹੁਤ ਜ਼ਿਆਦਾ ਪੀਕ ਤੇ ਸੀ ਨਾ ਪ੍ਰੋਫੈਸਰ ਸਾਹਿਬ ਕੋਵਿਡ, ਤੇ ਮੈਂ ਇਹ ਸੋਚਦਾ ਸੀਗਾ ਕਿ ਜਦੋਂ ਕੋਵਿਡ ਖਤਮ ਹੋਏਗਾ ਨਾ, ਕਿਉਂਕਿ ਅਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਬਹੁਤ ਲੋਕ ਜਦੋਂ ਇਨੀਸ਼ੀਅਲ ਸੀਗੇ ਨਾ, ਇਕਲਾਪਾ ਸੀ ਬਿਲਕੁਲ। ਤੇ ਤੁਸੀਂ ਸਾਰਾ ਦਿਨ ਜਾਂ ਤੁਹਾਡਾ ਕੋਈ ਮਿੱਤਰ ਪਿਆਰਾ ਹਸਪਤਾਲ ਪਹੁੰਚਿਆ, ਜਾਂ ਤੁਸੀਂ ਆਪ ਪਹੁੰਚ ਰਹੇ ਹੋ, ਜਾਂ ਤੁਸੀਂ ਇੱਕ ਡਰ ਥੱਲੇ ਜੀ ਰਹੇ ਹੋ, ਜਾਂ ਦਰਵਾਜ਼ੇ ਦੀਆਂ ਕੁੰਡੀਆਂ ਹੀ ਇਕੱਲੇ ਬੈਠੇ ਘਰ ਧੋਂਦੇ ਜਾ ਰਹੇ ਹੋ। ਮੇਰੇ ਬਹੁਤ ਸਾਰੇ ਮਿੱਤਰਾਂ ਨੂੰ ਮੈਂ ਦੇਖਿਆ ਦਰਵਾਜ਼ੇ ਦੀਆਂ ਕੁੰਡੀਆਂ ਹੀ ਧੋਣ, ਆਪਣੀਆਂ ਕੁੰਡੀਆਂ ਤੋਂ ਡਰ ਲੱਗ ਰਿਹਾ ਸੀ। हमारे घर में भी यही हो रहा था। ਇਸ ਤਰ੍ਹਾਂ ਲੱਗਦਾ ਸੀ ਕਿ ਜਦੋਂ ਇਹ ਸਭ ਖਤਮ ਹੋਵੇਗਾ ਨਾ, ਤੇ ਸਾਡੇ ਚੋਂ ਬਹੁਤ ਸਾਰੇ ਸੰਸਾਰ ਦੇ ਵਿੱਚੋਂ ਲੋਕਾਂ ਨੂੰ ਬੜੀ ਸਾਈਕੋਲੋਜੀਕਲ ਹੈਲਪ ਦੀ ਲੋੜ ਹੋਵੇਗੀ। ਉਹਨਾਂ ਦਾ ਜੀਵਨ ਅੰਦਰੋਂ ਕੀ ਹਾਲ ਹੋਇਆ ਹੋਵੇਗਾ। ਤੁਸੀਂ ਇੰਨਾ ਸਮਾਂ ਇਕਲਾਪੇ 'ਚ ਇਕੱਲਾ ਬੰਦਾ ਹਫਤਾ ਇਸ ਤਰ੍ਹਾਂ ਕੱਟ ਲਵੇ, ਤੇ ਸਰਕਾਰਾਂ ਲਈ ਸਰਕਾਰਾਂ ਇਹਦੇ ਲਈ ਪਤਾ ਨਹੀਂ ਕਿੰਨੇ ਕੋ ਫੰਡ ਦੇਣਗੀਆਂ, ਕਿੰਨੇ ਕੋ ਸਾਈਕੋਲੋਜਿਸਟ ਤਿਆਰ ਹੋਣਗੇ, ਤੇ ਉਹ ਸਾਡੇ ਪਿੰਡਾਂ ਸ਼ਹਿਰਾਂ 'ਚ ਫੈਲ ਜਾਣਗੇ, ਕਿਉਂਕਿ ਹਰ ਵਿਅਕਤੀ ਇੱਕ ਅਜਬ ਦਿਲ ਦੇ ਵਿੱਚੋਂ ਡੀਪ ਦੁੱਖ ਦੇ ਵਿੱਚੋਂ ਗੁਜ਼ਰ ਰਿਹਾ ਹੋਵੇਗਾ, ਸੋਚ ਵਿਚਾਰ ਨਾਲ ਹੋਵੇਗਾ, ਜ਼ਿੰਦਾ ਰਹਿਣ ਦਾ ਕੀ ਫਾਇਦਾ, ਜੀਵਨ ਦਾ ਕੀ ਫਾਇਦਾ, ਇਹ ਸਭ ਸੋਚ ਰਿਹਾ ਹੋਵੇਗਾ। ਤੇ ਇਹਦੇ ਲਈ ਪਤਾ ਨਹੀਂ, ਮੈਂ ਸੋਚਦਾ ਸੀ ਪਤਾ ਨਹੀਂ ਕਿੰਨੇ 100 ਕਰੋੜ ਰੁਪਏ ਬਜਟ 'ਚ ਨਿਰਮਲਾ ਸੀਤਾਰਮਨ ਨਰੀ ਰੱਖਣਗੇ। ਹੁਣ ਮੈਨੂੰ ਲੱਗਦਾ ਜਦੋਂ ਸਾਲ ਬਾਅਦ ਤੁਹਾਡੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਲੱਗਦਾ ਇਹਦੇ ਬਾਰੇ ਮੈਂ ਕੋਈ ਸਵਾਲ ਨਾ ਹੀ ਪੁੱਛਾਂ, ਇਹ ਮੂਰਖਤਾ ਦੀ ਗੱਲ ਹੀ ਜਾਪੇਗੀ। ਇੱਥੇ ਹੀ ਗੱਲ ਨੂੰ ਖਤਮ ਕਰਦੇ ਹਾਂ। 1 ਸਾਲ ਬੀਤ ਗਿਆ, ਕੋਵਿਡ ਬਾਹਰ ਗਲੀ ਵਿੱਚ ਘੁੰਮ ਰਿਹਾ, ਤੇ ਗਲੀ ਵਿੱਚ ਇੱਕ ਅੰਦੋਲਨ ਵੀ ਘੁੰਮ ਰਿਹਾ। ਕਿਸੇ ਨਾ ਕਿਸੇ ਨਾਲ ਤੇ ਦਸਤ ਪੰਜਾ ਹੋ ਹੀ ਜਾਣਾ। ਆਪਣੀ ਮਰਜ਼ੀ ਨਾਲ ਜਿਹਦੇ ਨਾਲ ਮਨ ਹੈ ਹੱਥ ਮਿਲਾ ਲਵੋ, ਤੇ ਉਹ ਮੈਨੂੰ ਲੱਗਦਾ ਚੋਇਸਿਸ ਹਮੇਸ਼ਾ ਬੈਟਰ ਹੁੰਦੀਆਂ ਨੇ। ਕੋਵਿਡ ਗਿਵਸ ਅ ਚੋਇਸ, ਇੱਕ ਮੌਕਾ ਦਿੰਦਾ, ਲੈ ਲੈਣਾ ਚਾਹੀਦਾ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਆਪਣਾ ਧਿਆਨ ਰੱਖਣਾ।